ਸ੍ਰੀ ਵਾਹਿਗੁਰੂ। ਗੁਰੂ ਨਾਨਕ ਪਦ ਸਿਮਰੋ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਾਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਕਰੋ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਦੋ ਬਾਰ ਬਾਰ ਜਗਦੀਸਾ ਕੰਕਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਦੋਹਰਾ ਸੁਨ ਸਭ ਤੇ ਸਤਿਗੁਰ ਕਯੋ ਇਹ ਦਰੋਗ ਕੀ ਬਾਤ ਬੰਚਕਤਾ ਤੁਮ ਕਰਤੋ ਰਾਜ ਤੇਜ ਹੋਏ ਘਾਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਗੋ ਜੋਗਾ ਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ਼ਬਦ ਗੁਰੂ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਸੁਰਤੀਆਂ ਬਿਰਤੀਆਂ ਇਕਾਗਰ ਕਰ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਪੰਥ ਦੇ ਵਾਲੀ ਕਲਗੀਧਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਔਰੰਗਜ਼ੇਬ ਬਾਦਸ਼ਾਹ ਨੇ ਚਿੱਠੀ ਭੇਜੀ, ਕਸਮਾਂ ਖਾਧੀਆਂ,
ਇਹਦਾ ਭੇਜਿਆ ਦੂਤ ਸਤਿਗੁਰਾਂ ਕੋਲ ਆਇਆ। ਪਹਾੜੀ ਰਾਜਿਆਂ ਦੇ ਦੂਤ ਸਤਿਗੁਰਾਂ ਕੋਲ ਆਏ ਜੀ। ਪਹਿਲਾਂ ਕੁਝ ਇਹਨਾਂ ਠੱਗਾਂ ਨੇ ਵਧੀਕੀ ਕੀਤੀ, ਆਪਣੀ ਕਸਮ ਤੋੜੀ ਹੈ, ਅਸੀਂ ਉਹਨਾਂ ਨੂੰ ਦੰਡ ਦਿੱਤਾ ਹੈ, ਪਰ ਹੁਣ ਅਸੀਂ ਪੱਕੀਆਂ ਕਸਮਾਂ ਖਾਧੀਆਂ ਨੇ। ਆ ਵੇਖੋ ਜੀ, ਬਾਦਸ਼ਾਹ ਨੇ ਲਿਖ ਕੇ ਭੇਜੀ ਹੈ ਚਿੱਠੀ, ਤੁਸੀਂ ਸ੍ਰੀ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ, ਜਿੱਥੇ ਮਰਜ਼ੀ ਵਿਚਰੋ, ਸਾਰੀ ਧਰਤੀ ਤੁਹਾਡੀ। ਕਲਗੀਧਰ ਪਾਤਸ਼ਾਹ ਮਹਾਰਾਜ ਜਾਣਦੇ ਸਨ ਕਿ ਦਗੇਬਾਜ਼ ਲੋਕ ਨੇ, ਪਹਿਲਾਂ ਵੀ ਦਗਾ ਕੀਤਾ, ਅੱਗੇ ਵੀ ਕਰਨਗੇ। ਆਓ ਮਨ ਬਿਰਤੀਆਂ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜ ਕੇ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰੀਏ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਇਆਨਿਧ ਸੁਆਮੀ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ 'ਚ ਵਸਾਉਂਦਿਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਸਭ ਤੇ ਸਤਿਗੁਰ ਕਹਿਓ, ਇਹ ਦਰੋਗ ਕੀ ਬਾਤ। ਜਦੋਂ ਔਰੰਗਜ਼ੇਬ ਦਾ ਭੇਜਿਆ ਦੂਤ, ਪਹਾੜੀ ਰਾਜਿਆਂ ਦੇ ਦੂਤ, ਉਹਨਾਂ ਵਿੱਚੋਂ ਪੰਮਾ ਪੁਰੋਹਿਤ ਆਇਆ ਹੋਇਆ। ਇਹਨਾਂ ਨੇ ਜਦੋਂ ਸਤਿਗੁਰੂ ਜੀ ਨੂੰ ਇਸ ਪ੍ਰਕਾਰ ਨਾਲ ਬੇਨਤੀਆਂ ਕੀਤੀਆਂ, ਕਲਗੀਧਰ ਸੁਆਮੀ ਜੀ ਨੇ ਸੁਣੀਆਂ। ਸੁਣ ਕੇ ਮਹਾਰਾਜ ਜੀ ਕਹਿਣ ਲੱਗੇ ਕਿ ਤੁਹਾਡੀਆਂ ਇਹ ਦਗੇਬਾਜ਼ੀ ਦੀਆਂ ਬਾਤਾਂ ਹਨ। ਦਰੋਗ ਦਾ ਮਤਲਬ ਹੁੰਦਾ ਵੀ ਜਿਹਦੇ 'ਚ ਝੂਠ ਹੋਵੇ। ਤੁਹਾਡੀ ਇਹ ਕਹੀ ਹੋਈ ਹਰ ਇੱਕ ਗੱਲ ਝੂਠੀ ਹੈ। ਬੰਚਕਤਾ ਤੁਮ ਕਰਤ ਹੋ, ਰਾਜ ਤੇਜ ਹੋਏ ਘਾਤ। ਯਾਦ ਰੱਖਿਓ, ਤੁਸੀਂ ਗੁਰੂ ਘਰ ਨਾਲ ਠੱਗੀ ਕਰਨਾ ਚਾਹੁੰਦੇ ਹੋ, ਤੇ ਗੁਰੂ ਘਰ ਨਾਲ ਠੱਗੀ ਕੀਤਿਆਂ ਤੁਹਾਡਾ ਰਾਜ ਭਾਗ ਸਭ ਕੁਝ ਬਿਨਸ ਜਾਏਗਾ, ਸਮਾਪਤ ਹੋ ਜਾਏਗਾ। ਕਿਉਂਕਿ ਤੁਸੀਂ ਇਹ ਠੱਗੀ ਗੁਰੂ ਘਰ ਨਾਲ ਕਰਨਾ ਚਾਹੁੰਦੇ ਹੋ। ਬੰਦਾ ਆਪਣੇ ਪਾਪ ਧੋਣ ਵਾਸਤੇ ਗੰਗਾ 'ਚ ਜਾਂਦਾ, ਤੇ ਜੇ ਗੰਗਾ ਦੇ ਵਿੱਚ ਖਲੋ ਕੇ ਪਾਪ ਕਰੇ ਤੇ ਫਿਰ ਕਿੱਥੇ ਜਾਵੇ? ਕਹਿਵਤ ਹੈ ਨਾ ਕਿ ਬੰਦਾ ਆਪਣੇ ਪਾਪ ਧੋਣ ਵਾਸਤੇ ਗੰਗਾ ਵਿੱਚ ਜਾਂਦਾ ਹੈ, ਤੇ ਗੰਗਾ ਵਿੱਚ ਖਲੋ ਕੇ ਪਾਪ ਕਰੇ ਤੇ ਫਿਰ ਕਿੱਥੇ ਜਾ ਕੇ ਧੋਵੇ? ਗੁਰੂ ਘਰ ਆ ਕੇ ਗਲਤੀਆਂ ਦਾ ਸੁਧਾਰ ਕਰਨ ਲਈ ਖਿਮਾ ਯਾਚਨਾ ਕੀਤੀ ਜਾਂਦੀ ਹੈ, ਪਰ ਜੇ ਗੁਰੂ ਕੀ ਹਜ਼ੂਰੀ 'ਚ ਆ ਕੇ ਤੁਸੀਂ ਏਦਾਂ ਦੇ ਗੁਨਾਹ ਕਰੋਗੇ ਤੇ ਕਿੱਥੇ ਬਖਸ਼ੇ ਜਾਓਗੇ? ਤੁਸੀਂ ਇਹ ਦਗੇਬਾਜ਼ੀਆਂ ਛੱਡ ਦਿਓ। ਇਹ ਜਿਹੜੀਆਂ ਦਗੇਬਾਜ਼ੀਆਂ ਤੁਸੀਂ ਗੁਰੂ ਘਰ ਨਾਲ ਕਰਨਾ ਚਾਹੁੰਦੇ ਹੋ, ਠੱਗੀਆਂ ਕਰਨਾ ਚਾਹੁੰਦੇ ਹੋ, ਚੇਤੇ ਰੱਖਿਓ ਇਸੇ ਠੱਗੀ ਨੇ ਤੁਹਾਡੇ ਰਾਜ ਭਾਗ ਤੇ ਤੇਜ ਨੂੰ ਖਤਮ ਕਰ ਦੇਣਾ। ਜੋ ਪਈ ਜਿਮ ਆਗੇ ਸਭ ਕੀ ਨਸਿਆਨ। ਐਸਾ ਤਾਂ ਨਹੀਂ ਵੀ ਤੁਸੀਂ ਇਹ ਕਸਮ ਪਹਿਲੀ ਵਾਰ ਖਾਧੀ ਹੈ, ਇਹਦੇ ਤੋਂ ਪਹਿਲਾਂ ਵੀ ਤੁਸੀਂ ਕਸਮਾਂ ਖਾਧੀਆਂ ਨੇ। ਪਹਿਲਾਂ ਵੀ ਕਸਮਾਂ ਲਿਖ ਕੇ ਹੀ ਭੇਜੀਆਂ ਸਨ ਕਾਗਜ਼ ਦੇ ਉੱਤੇ। ਬਹੁਰ ਬਿਨਾਸ਼ੀਓ ਧਰਮ ਈਮਾਨ। ਪਰ ਜਦੋਂ ਊਂਠ ਗਏ ਬਾਹਰ, ਉੱਤੇ ਭਰੀਆਂ ਗੂਣਾ ਵੇਖ ਕੇ ਤੁਹਾਡਾ ਈਮਾਨ ਡੋਲ ਗਿਆ, ਤੁਹਾਡਾ ਧਰਮ ਭ੍ਰਸ਼ਟ ਹੋ ਗਿਆ, ਔਰ ਤੁਸੀਂ ਆਪਣਾ ਈਮਾਨ ਤੇ ਧਰਮ ਵਿਨਾਸ਼ ਕਰ ਦਿੱਤਾ, ਕਸਮਾਂ ਤੋੜ ਦਿੱਤੀਆਂ। ਨਿਜ ਤੇ ਪ੍ਰਥਕ ਬਣਾਏ ਲੁਟੇਰੇ। ਹੁਣ ਤੁਸੀਂ ਇਹ ਕਹਿ ਰਹੇ ਹੋ ਵੀ ਉਹ ਜਿਹੜੇ ਲੁੱਟਣ ਆਏ ਸੀ ਉਹ ਸਾਡੇ ਤੋਂ ਵੱਖਰੇ ਸੀ। ਜੇ ਉਹ ਤੁਹਾਡੇ ਤੋਂ ਵੱਖਰੇ ਨੇ ਤੇ ਫਿਰ ਤੁਹਾਡੇ ਨਾਲ ਕੀ ਕਰਨ ਆਏ ਨੇ ਇੱਥੇ? ਜਦੋਂ ਹੁਣ ਉਹਨਾਂ ਲੁਟੇਰਿਆਂ ਨੇ ਲੁੱਟਿਆ, ਹੁਣ ਤੁਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਕਹਿੰਦੇ ਹੋ ਕਿ ਜੀ ਉਹ ਤਾਂ ਲੁਟੇਰੇ ਸਨ, ਪਿੰਡਾਂ ਵਿੱਚੋਂ ਆਏ ਹੋਏ,
ਉਹ ਲੁੱਟ ਕੇ ਲੈ ਗਏ ਹਨ। ਨਰਕ ਸਹੇਰਿਓ ਕਸ਼ਟ ਬਡੇਰੇ। ਤੁਸੀਂ ਇਹ ਬੜਾ ਵੱਡਾ ਨਰਕ ਸਹੇੜਿਆ ਹੈ। ਇਹ ਨਰਕ ਦੇ ਵਿੱਚ ਵੱਡਾ ਭਾਰੀ ਕਸ਼ਟ ਤੁਹਾਨੂੰ ਸਹਿਣਾ ਪਵੇਗਾ। ਇਮਹੀ ਰਾਜ ਤੇਜ ਤੁਮ ਹਾਰੋ। ਇਸੇ ਤਰ੍ਹਾਂ ਹੀ ਤੁਸੀਂ ਆਪਣਾ ਰਾਜ ਤੇਜ ਹਾਰ ਜਾਣਾ ਹੈ। ਨਾ ਤੁਹਾਡਾ ਰਾਜ ਰਹਿਣਾ ਨਾ ਤੇਜ ਰਹਿਣਾ ਹੈ। ਜਗ ਤੇ ਸਫਾ ਉਠੇ ਇੱਕ ਬਾਰੋ। ਤੁਹਾਡੇ ਰਾਜ ਭਾਗ ਦੀ ਸਫਾ ਇਸ ਜਗਤ ਵਿੱਚੋਂ ਇੱਕ ਵਾਰ ਉੱਠ ਜਾਏਗੀ। ਉੱਠ ਗਈ ਸਫਾ ਮਲੇਸ਼ ਕੀ, ਕਰ ਕੂੜਾ ਪਾਸਾਰ, ਡੰਕਾ ਬਾਜਿਆ ਫਤਿਹ ਕਾ ਨਿਹ ਕਲੰਕੇ ਅਵਤਾਰ। ਤੁਹਾਡੀ ਇਹ ਮਲੇਛਾਂ ਦੀ ਸਫਾ ਇੱਕ ਵਾਰ ਉੱਠ ਜਾਵੇਗੀ ਔਰ ਇਸੇ ਤਰ੍ਹਾਂ ਹੀ ਉੱਠੇਗੀ। ਇਮ ਕੈ ਤੂਸ਼ਨ ਪਏ ਗੁਸਾਈ। ਏਦਾਂ ਇਹ ਬਚਨ ਇਹਨਾਂ ਦੂਤਾਂ ਨੂੰ ਕਹਿ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੁੱਪ ਕਰ ਗਏ। ਹਾਰੇ ਕੈ ਵਕੀਲ ਸਮੁਦਾਈ। ਜਿੰਨੇ ਵਕੀਲ ਆਏ ਸੀ ਪਹਾੜੀ ਰਾਜਿਆਂ ਦੇ, ਤੁਰਕਾਂ ਦੇ, ਸਤਿਗੁਰੂ ਜੀ ਨੂੰ ਕਹਿ ਕੇ ਹਾਰ ਗਏ। ਇਹਨਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਨੇ ਸਾਡੀ ਗੱਲ ਨਹੀਂ ਮੰਨਣੀ। ਸ਼੍ਰੀ ਗੁਜਰੀ ਟਿਗ ਸੁਧ ਤਬ ਗਈ। ਉਧਰ ਸਤਿਕਾਰਯੋਗ ਮਾਤਾ ਗੁਜਰੀ ਜੀ ਦੇ ਪਾਸ ਖਬਰ ਪਹੁੰਚੀ। ਮਾਤਾ ਜੀ ਨੂੰ ਕਿਸੇ ਨੇ ਜਾ ਕੇ ਦੱਸਿਆ ਕਿ ਜੀ ਔਰੰਗਜ਼ੇਬ ਬਾਦਸ਼ਾਹ ਦਾ ਵਕੀਲ ਆਇਆ ਹੈ। ਔਰੰਗੇ ਨੇ ਖੁਦ ਆਪ ਆਪਣੇ ਹੱਥਾਂ ਨਾਲ ਕਸਮ ਲਿਖ ਕੇ ਭੇਜੀ ਹੈ। ਇਹ ਗੱਲ ਜਦੋਂ ਮਾਤਾ ਗੁਜਰੀ ਜੀ ਨੂੰ ਪਤਾ ਲੱਗੀ, ਦੂਤਨ ਕਈ ਸੋਹਨ ਬਨ ਪਈ। ਕਿ ਜਿਹੜੀਆਂ ਦੂਤਾਂ ਨੇ ਬਾਤ ਕਹੀ ਹੈ ਗੁਰੂ ਸਾਹਿਬ ਨੂੰ, ਮਹਾਰਾਜ ਜੀ ਨੇ ਉਹਨਾਂ ਦੀਆਂ ਬਾਤਾਂ ਸਵੀਕਾਰ ਨਹੀਂ ਕੀਤੀਆਂ। ਗੁਰੂ ਸਾਹਿਬ ਜੀ ਦੀ ਆਏ ਹੋਏ ਉਹਨਾਂ ਵਕੀਲਾਂ ਨਾਲ ਅਣਬਣੀ ਹੋ ਗਈ ਹੈ। ਨੈ ਮਾਨੇ ਕਲਗੀਧਰ ਕਿਸ ਕੀ। ਕਲਗੀਧਰ ਪਾਤਸ਼ਾਹ ਜੀ ਉਹਨਾਂ ਵਕੀਲਾਂ ਤੇ ਉਹਨਾਂ ਦੂਤਾਂ ਦੀ ਗੱਲ ਨਹੀਂ ਮੰਨਦੇ। 300 ਬੋਲੇ ਬਾਨੀ ਰਿਸਕੀ। ਸਗੋਂ 20 ਰਸ ਵਿੱਚ ਆ ਕੇ ਉਹਨਾਂ ਵਕੀਲਾਂ ਨੂੰ ਮਹਾਰਾਜ ਜੀ ਨੇ ਪਲਟਵਾਂ ਜਵਾਬ ਦਿੱਤਾ ਹੈ। 20 ਰਸ ਵਿੱਚ ਆ ਕੇ ਉਹਨਾਂ ਨੂੰ ਬੋਲ ਬੋਲੇ ਨੇ, ਕਠੋਰ ਬੋਲ ਬੋਲੇ ਹਨ। ਸੁਨ ਕੇ ਆਪਣੇ ਨਿਕਟ ਹਕਾਰੇ। ਜਦੋਂ ਮਾਤਾ ਜੀ ਨੇ ਇਹ ਗੱਲ ਸੁਣੀ ਕਿ ਗੁਰੂ ਸਾਹਿਬ ਜੀ ਦੀ ਇਹਨਾਂ ਵਕੀਲਾਂ ਨਾਲ ਅਣਬਣੀ ਹੋ ਗਈ ਹੈ, ਤਾਂ ਉਸ ਵੇਲੇ ਮਾਤਾ ਜੀ ਨੇ ਹੁਕਮ ਕੀਤਾ ਵੀ ਉਹਨਾਂ ਵਕੀਲਾਂ ਤੇ ਦੂਤਾਂ ਨੂੰ ਸਾਡੇ ਕੋਲ ਸੱਦ ਕੇ ਲਿਆਓ। ਉਹ ਵਕੀਲ ਦੂਤ ਜਿਹੜੇ ਗੁਰੂ ਸਾਹਿਬ ਜੀ ਕੋਲ ਆਏ ਨੇ, ਉਹਨਾਂ ਨੂੰ ਮੇਰੇ ਕੋਲ ਬੁਲਾ ਕੇ ਲਿਆਓ। ਸਗਲੇ ਮਾਤਾ ਪਾਸ ਪਧਾਰੇ। ਉਹ ਜਿੰਨੇ ਵਕੀਲ ਤੇ ਦੂਤ ਸਨ ਸਾਰੇ ਇਕੱਠੇ ਹੋ ਕੇ ਸਤਿਕਾਰਯੋਗ ਮਾਤਾ ਜੀ ਕੋਲ ਆਏ। ਕਹਿਵਤ ਸ਼ਾਹ ਗਿਰੇਸ਼ਨ ਕੇਰੀ। ਜੋ ਪਹਾੜੀ ਰਾਜਿਆਂ ਨੇ ਕਿਹਾ ਸੀ ਜਾਂ ਜੋ ਔਰੰਗਜ਼ੇਬ ਬਾਦਸ਼ਾਹ ਨੇ ਕਿਹਾ ਸੀ, ਉਹ ਸਾਰੀ ਕਹਿਵਤ ਮਾਤਾ ਗੁਜਰੀ ਜੀ ਨੂੰ ਇਹਨਾਂ ਵਕੀਲਾਂ ਨੇ ਸੁਣਾਈ ਹੈ। ਸਰਬ ਵਕੀਲਨ ਪਾਖੀ ਫੇਰੀ। ਸਾਰੇ ਵਕੀਲਾਂ ਨੇ ਦੁਬਾਰਾ ਮੁੱਢ ਤੋਂ ਸਾਰੀ ਵਾਰਤਾ ਮਾਤਾ ਸਤਿਕਾਰਯੋਗ ਮਾਤਾ ਜੀ ਨੂੰ ਦੱਸੀ। ਸੁਨੋ ਮਾਤ ਪ੍ਰਤੀਤ ਕਰੀ ਜੈ। ਕਹਿਣ ਲੱਗੇ ਮਾਤਾ ਜੀ ਯਕੀਨ ਤਾਂ ਕਰਨਾ ਪੈਣਾ ਨਾ, ਯਕੀਨ ਕੀਤੇ ਬਿਨਾਂ ਗੱਲ ਥੋੜੀ ਬਣਦੀ ਹੈ। ਤੁਸੀਂ ਬਾਦਸ਼ਾਹ ਦੇ ਉੱਤੇ ਪ੍ਰਤੀਤ ਕਰੋ। ਸਭ ਕੀ ਕਈ ਸਾਚ ਲਖ ਲੀਜੈ। ਪਹਾੜੀ ਰਾਜਿਆਂ ਨੇ ਵੀ ਜੋ ਇਹ ਆਨ ਲਿਖ ਕੇ ਭੇਜੀ ਹੈ ਉਹ ਵੀ ਸੱਚ ਕਹਿ ਰਹੇ ਨੇ। ਮਾਤਾ ਜੀ ਉਹਨਾਂ ਦੀ ਕਹੀ ਹੋਈ ਬਾਤ ਨੂੰ ਵੀ ਤੁਸੀਂ ਸੱਚ ਜਾਣੋ। ਸਤਿਗੁਰ ਨੇ ਮਾਨੈ ਕਹਿ ਰਹੇ। ਅਸੀਂ ਗੁਰੂ ਸਾਹਿਬ ਜੀ ਨੂੰ ਬਹੁਤ ਵਾਰ ਕਿਹਾ ਪਰ ਉਹਨਾਂ ਨੇ ਸਾਡੀ ਗੱਲ ਨਹੀਂ ਮੰਨੀ। ਪ੍ਰਥਮ ਬਾਰ ਤਾ ਪਰ ਰਿਸ ਲਏ। ਉਹ ਤਾਂ ਪਹਿਲੀ ਜਿਹੜੀ ਬਾਤ ਹੋਈ ਸੀ, ਕਸਮਾਂ ਪਹਿਲਾਂ ਪਹਾੜੀਆਂ ਨੇ ਭੇਜੀਆਂ ਸਨ, ਇਹ ਆਪਣੀ ਕਸਮ ਤੇ ਨਹੀਂ ਰਹੇ। ਉਹ ਗੱਲ ਦਾ ਉਹਨਾਂ ਨੇ ਬੜਾ ਗੁੱਸਾ ਮਨਾਇਆ ਹੋਇਆ ਕਿ ਤੁਸੀਂ ਪਹਿਲਾਂ ਵੀ ਕਸਮਾਂ ਖਾ ਕੇ ਮੁੱਕਰੇ ਹੋ। ਸਰਬ ਲੁਟੇਰੇ ਕੈਦ ਪਰੇ ਹੈ। ਮਾਤਾ ਜੀ ਉਹ ਬੰਦੇ ਸਾਡੇ ਨਹੀਂ ਸੀ ਜਿਨ੍ਹਾਂ ਨੇ ਲੁੱਟ ਕੀਤੀ ਹੈ। ਜਿਹੜੇ ਉਹ ਬਲਦਾਂ ਨੂੰ ਲੁੱਟਣ ਆਏ ਸਨ ਉਹ ਸਾਡੇ ਬੰਦੇ ਨਹੀਂ, ਉਹ ਤਾਂ ਲੁਟੇਰੇ ਨੇ। ਅਸੀਂ ਉਹਨਾਂ ਸਾਰੇ ਲੁਟੇਰਿਆਂ ਨੂੰ ਕੈਦ ਕਰ ਲਿਆ, ਉਹਨਾਂ ਨੂੰ ਅਸੀਂ ਦੰਡ ਦਿੱਤਾ ਹੈ। ਦੰਡ ਸਾਸ ਨਾ ਦੇਨ ਕਰੇ। ਉਹਨਾਂ ਨੂੰ ਕੈਦ ਕਰਕੇ ਅਸੀਂ ਉਹਨਾਂ ਨੂੰ ਦੰਡ ਦਿੱਤਾ, ਉਹਨਾਂ ਨੂੰ ਤਾੜਨਾ ਕੀਤੀ ਹੈ। ਅਬ ਕਰ ਜੋਰ ਖਤਾ ਬਖਸ਼ਾਵੇ। ਹੁਣ ਅਸੀਂ ਆਪਣੇ ਹੱਥ ਜੋੜ ਕੇ ਆਪਣੀ ਭੁੱਲ ਬਖਸ਼ਾਉਨੇ। ਹਾਲਾਂਕਿ ਉਹਨਾਂ ਲੁਟੇਰਿਆਂ ਨੇ ਗਲਤੀ ਕੀਤੀ ਹੈ, ਤੋ ਨਹੀਂ ਮਨ ਮੈਂ ਕੁਛ ਲਿਆਵੇ। ਪਰ ਗੁਰੂ ਜੀ ਸਾਡੀ ਕਹੀ ਹੋਈ ਗੱਲ ਨੂੰ ਆਪਣੇ ਮਨ 'ਚ ਨਹੀਂ ਲਿਆਉਂਦੇ।
ਉਹ ਤਾਂ ਸਾਡਾ ਬਚਨ ਸੁਣਦੇ ਤੱਕ ਵੀ ਨਹੀਂ। ਸੁਨ ਕਰ ਮਾਤਾ ਔਰ ਬਿਰਮਾਈ। ਜਦੋਂ ਮਾਤਾ ਜੀ ਨੇ ਵਕੀਲਾਂ ਨੇ ਚੋਪੜੀਆਂ ਜੀਆਂ ਗੱਲਾਂ ਕੀਤੀਆਂ ਤੋ ਮਾਤਾ ਜੀ ਦਾ ਵੀ ਮਨ ਭੋਲਾ ਮਨ ਸੀ ਨਾ, ਸਤਿਕਾਰਯੋਗ ਮਾਤਾ ਜੀ ਦਾ। ਉਹਨਾਂ ਨੇ ਵੇਖਿਆ ਵੀ ਜਿਹੜੇ ਇੰਨੇ ਜ਼ਿੰਮੇਵਾਰ ਬੰਦੇ ਆਏ ਨੇ, ਵਕੀਲ ਆਇਆ, ਬਾਦਸ਼ਾਹ ਔਰੰਗਜ਼ੇਬ ਦੀ ਚਿੱਠੀ ਲੈ ਕੇ ਆਇਆ, ਤੋ ਮਾਤਾ ਜੀ ਦਾ ਮਨ ਇਹਨਾਂ ਦੀਆਂ ਗੱਲਾਂ ਨਾਲ ਰਾਜੀ ਹੋ ਗਿਆ। ਏਤੀ ਸ਼ਪਤ ਸਾਚ ਇਨ ਖਾਈ। ਮਾਤਾ ਜੀ ਤਾਂ ਆਪਣੇ ਹਿਸਾਬ ਨਾਲ ਵੇਖਦੇ ਇਹਨਾਂ ਨੂੰ ਵੀ ਇੰਨੀਆਂ ਕਸਮਾਂ ਖਾ ਰਹੇ ਨੇ, ਇੰਨੀਆਂ ਕਸਮਾਂ ਝੂਠੀਆਂ ਥੋੜੀ ਖਾਣਗੇ। ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਉਹ ਆਪਣੇ ਹੱਥ ਦੇ ਵਿੱਚ ਕੁਰਾਨ ਪਕੜ ਕੇ ਕਸਮ ਖਾ ਕੇ ਭੇਜ ਰਿਹਾ। ਏਡਾ ਵੱਡਾ ਬਾਦਸ਼ਾਹ ਥੋੜੀ ਝੂਠ ਬੋਲ ਸਕਦਾ। ਪਰ ਇਹ ਤਾਂ ਸਤਿਗੁਰੂ ਜੀ ਜਾਣਦੇ ਸਨ ਵੀ ਇਹ ਕੋੜੀ ਰਾਜਨੀਤੀ ਕਰਨ ਵਾਲੇ ਕਿਸੇ ਹੱਦ ਤੱਕ ਵੀ ਗਿਰ ਸਕਦੇ ਐ। ਪਰ ਸਤਿਕਾਰਯੋਗ ਮਾਤਾ ਜੀ ਭੋਲੇ ਮਨ ਨਾਲ ਇਹਨਾਂ ਦੀ ਗੱਲ ਨੂੰ ਸੱਚ ਮੰਨ ਰਹੇ ਨੇ, ਸੋਚਦੇ ਨੇ ਕਿ ਇੰਨੀਆਂ ਕਸਮਾਂ ਖਾ ਰਹੇ ਹਨ। ਸਤਲ ਸਿੰਘ ਅਰ ਮਾਤਾ ਮਿਲੇ। ਮਾਤਾ ਜੀ ਔਰ ਜਿੰਨੇ ਮਾਤਾ ਜੀ ਦੇ ਨਾਲ ਸਹਿਮਤ ਸਿੰਘ ਸਨ, ਜਿਹੜੇ ਨਾ ਵਕੀਲਾਂ ਦੀ ਕਈ ਬਾਤ ਦੇ ਉੱਤੇ ਯਕੀਨ ਕਰਦੇ ਸਨ, ਉਹ ਮਾਤਾ ਜੀ ਨਾਲ ਮਿਲ ਕੇ ਨਿਕਸਨਪੁਰ ਤੇ ਮਾਨਿਓ ਭਲੇ। ਉਹਨਾਂ ਨੇ ਗੱਲ ਮੰਨ ਲਈ ਕਿ ਵਾਕਈ ਸਾਨੂੰ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਚਾਹੀਦਾ। ਵੀ ਬਹੁਤੀ ਵੱਡੀ ਗੱਲ ਨਹੀਂ, ਆਨੰਦਪੁਰ ਸਾਹਿਬ ਛੱਡ ਕੇ ਜਾਣਾ, ਇਹਦੇ ਨਾਲ ਉਹਨਾਂ ਦੀ ਇੱਜ਼ਤ ਰਹਿ ਜਾਏਗੀ ਤੇ ਉੱਠ ਕੇ ਚਲੇ ਜਾਣਗੇ। ਜਿਉਂ ਕਿਉਂ ਕਹਿ ਤਰ ਗੁਰੂ ਨਿਕਾਰੋ। ਜਿਵੇਂ ਕਿਵੇਂ ਕਹਿ ਕੇ ਇਹ ਵਕੀਲ ਕਹਿ ਰਹੇ ਨੇ ਉਹਨਾਂ ਸਿੰਘਾਂ ਨੂੰ ਵੀ ਕਿ ਜਿਵੇਂ ਕਿਵੇਂ ਕਹਿ ਕੇ ਤੁਸੀਂ ਗੁਰੂ ਸਾਹਿਬ ਜੀ ਨੂੰ ਰਾਜੀ ਕਰ ਲਓ ਆਨੰਦਪੁਰ ਸਾਹਿਬ ਛੱਡ ਕੇ ਜਾਣ ਲਈ। ਤਬ ਮਿਟ ਹੈ ਜੇ ਇਹ ਜੰਗ ਅਖਾਰੋ। ਤਾਂ ਇਹ ਜੰਗ ਦੇ ਅਖਾੜੇ ਮਿਟਣੇ ਨੇ, ਇਹ ਜੰਗ ਤਾਂ ਖਤਮ ਹੋਣਾ ਹੈ। ਆਨ ਗੁਰੂ ਟਿਗ ਕਰਿਓ ਜਵਾਬ। ਏਦਾਂ ਸਤਿਗੁਰੂ ਜੀ ਦੇ ਪਾਸ ਚੱਲ ਕੇ ਆਏ ਤੇ ਮਹਾਰਾਜ ਜੀ ਨਾਲ ਬਚਨ ਬਿਲਾਸ ਹੋਣ ਲੱਗੇ। ਮਹਾਰਾਜ ਅਬ ਤਜੋ ਸ਼ਿਤਾਬ। ਸਿੰਘ ਤੇ ਮਾਤਾ ਜੀ ਆ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਨੇ, ਕਹਿੰਦੇ ਮਹਾਰਾਜ ਹੁਣ ਆਪਾਂ ਨੂੰ ਆਨੰਦਪੁਰ ਸਾਹਿਬ ਤੇ ਕਿਲਾ ਛੱਡ ਕੇ ਛੇਤੀ ਜਾਣਾ ਚਾਹੀਦਾ ਹੈ। ਛੁਦਾ ਕਸ਼ਟ ਹਮ ਬਹੁਤ ਸਹਾਰਿਓ। ਸਿੰਘ ਕਹਿਣ ਲੱਗੇ ਮਹਾਰਾਜ ਅਸੀਂ ਭੁੱਖ ਦਾ ਬੜਾ ਵੱਡਾ ਡਾਢਾ ਦੁੱਖ ਆਪਣੇ ਤਨ ਤੇ ਸਹਾਰਿਆ ਹੈ। ਹੋਏ ਲਾਚਾਰ ਤੁਮ ਪਾਸੀ ਉਚਾਰਿਓ। ਅਸੀਂ ਹੁਣ ਲਾਚਾਰ ਹੋ ਕੇ, ਹਰ ਪਾਸਿਓਂ ਲਾਚਾਰ ਹੋ ਕੇ ਤੁਹਾਡੇ ਅੱਗੇ ਬੇਨਤੀ ਕਰ ਰਹੇ ਹਾਂ। ਨਿਕਸੈ ਚਾਹੇ ਪ੍ਰਾਨ ਛੁਦਿਆਰੇ। ਭੁੱਖ ਦੇ ਨਾਲ ਸਾਡੇ ਸਰੀਰ ਚੋਂ ਸਾਹ ਨਿਕਲਣ ਵਾਲੇ ਨੇ, ਸਾਡਾ ਦਮ ਨਿਕਲਣ ਵਾਲਾ ਹੈ। ਕਿ ਹਮ ਰਾਖੇ ਧੀਰਜ ਤਾਰੇ। ਮਹਾਰਾਜ ਜੀ ਅਸੀਂ ਭੁੱਖ ਨਾਲ ਕਿਵੇਂ ਧੀਰਜ ਰੱਖੀਏ, ਕਿਵੇਂ ਅਸੀਂ ਠਰਮਾ ਰੱਖ ਕੇ ਬੈਠੇ ਰਹੀਏ ਆਨੰਦਪੁਰ ਸਾਹਿਬ ਵਿੱਚ ਭੁੱਖੇ। ਇਤਨੇ ਮੈਂ ਮਾਤਾ ਚੱਲ ਆਈ। ਏਦਾਂ ਕੁਝ ਸਿੱਖ ਬੇਨਤੀਆਂ ਕਰਦੇ ਤੇ ਮਾਤਾ ਗੁਜਰੀ ਜੀ ਵੀ ਆ ਗਏ। ਬੈਠ ਨਿਕਟ ਸੁਤ ਕੋ ਸਮਝਾਈ। ਸਤਿਗੁਰਾਂ ਦੇ ਕੋਲ ਬਹਿ ਕੇ ਮਾਤਾ ਜੀ ਸਮਝਾਉਂਦੇ ਕਲਗੀਧਰ ਜੀ ਨੂੰ, ਕਹਿਣ ਲੱਗੇ ਕਿਉਂ ਅਬ ਚਾਤ ਸਭ ਕੋ ਮਾਰਿਓ। ਕਹਿਣ ਲੱਗੇ ਲਾਲ ਜੀ ਜੇ ਇਸੇ ਤਰ੍ਹਾਂ ਆਨੰਦਪੁਰ ਸਾਹਿਬ ਦੇ ਵਿੱਚ ਘੇਰੇ ਵਿੱਚ ਰਹੇ, ਭੁੱਖ ਦੇ ਦੁੱਖ ਨਾਲੇ ਸਾਰੇ ਸਮਾਪਤ ਹੋ ਜਾਣਗੇ। ਆਪ ਜੀ ਦੇ ਸੇਵਕ ਨੇ, ਆਪ ਜੀ ਦੇ ਘਰ ਦੇ ਮੁਰੀਦ ਨੇ, ਤੁਹਾਡਾ ਕਰਤੱਵ ਬਣਦਾ ਹੈ ਕਿ ਇਹਨਾਂ ਨੂੰ ਜੀਵਨ ਦਾਨ ਦੇਣਾ। ਤੇ ਜੇ ਇਦਾਂ ਇਹ ਭੁੱਖੇ ਰਹੇ ਤੇ ਭੁੱਖ ਨਾਲੇ ਮਰ ਜਾਣਗੇ। ਸਿੱਖਨ ਤੁਮਰਾ ਕਾਂ ਬਿਗਾਰਿਓ। ਮਹਾਰਾਜ ਜੀ ਲੋਕ ਗੱਲਾਂ ਕਰਨਗੇ ਕਿ ਸਿੱਖਾਂ ਨੇ ਗੁਰੂ ਜੀ ਦਾ ਕੀ ਵਿਗਾੜਿਆ ਸੀ ਕਿ ਗੁਰੂ ਜੀ ਨੇ ਭੁੱਖ ਨਾਲ ਹੀ ਮਾਰ ਦਿੱਤੇ ਹਨ। ਮਰੇ ਹਜ਼ਾਰੋਂ ਲੜ ਲੜ ਆਗੇ। ਤੁਹਾਡੇ ਸਾਹਮਣੇ ਇਹਨਾਂ ਸਿੱਖਾਂ ਨੇ ਕਿੰਨੀ ਬਹਾਦਰੀ ਕੀਤੀ ਹੈ, ਦੁਸ਼ਮਣ ਦੇ ਅੱਗੇ ਵੱਧ ਵੱਧ ਕੇ ਲੜੇ ਹਨ। ਬਚੇ ਅੰਨ ਬਿਨ ਮਰ ਬੇ ਲਾਗੇ। ਹੁਣ ਇਹ ਅੰਨ ਨਾਲ ਹੀ ਬਚ ਸਕਦੇ ਨੇ, ਅੰਨ ਤੋਂ ਬਿਨਾਂ ਇਹ ਮਰਨ ਵਾਸਤੇ ਤਿਆਰ ਹਨ। ਹੀਲਾ ਪਰੇ ਕਤਲ ਹੋਏ ਜੈ ਹੈ। ਜੇ ਦੁਸ਼ਮਣ ਨੂੰ ਇਹ ਖਬਰ ਹੋ ਗਈ ਕਿ ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਨੇ ਸਿੰਘ, ਇਹਨਾਂ ਨੂੰ ਅੰਨ ਨਹੀਂ ਪਿਆ ਮਿਲਦਾ, ਦੁਸ਼ਮਣ ਦੇ ਹੱਲੇ ਦੇ ਨਾਲ ਫਿਰ ਇਹ ਸਾਰੇ ਕਤਲ ਹੋ ਸਕਦੇ ਹਨ। ਕੋ ਲੱਖੋਂ ਲਸ਼ਕਰ ਅਟਕੇ ਹੈ। ਕਿਉਂਕਿ ਦੁਸ਼ਮਣ ਦਾ ਲਸ਼ਕਰ ਲੱਖਾਂ ਦੀ ਗਿਣਤੀ ਵਿੱਚ ਹੈ ਲਾਲ ਜੀ,
ਉਹਨਾਂ ਲੱਖਾਂ ਦੀ ਗਿਣਤੀ ਦੇ ਵਿੱਚ ਲਸ਼ਕਰ ਦੇ ਸਾਹਮਣੇ ਕੌਣ ਅੜ ਸਕਦਾ ਹੈ? ਸ਼ਾਹ ਗਿਰੇਸ਼ਵਰ ਭਾਖਤ ਸਾਰੇ। ਬਾਦਸ਼ਾਹ ਵੀ ਕਹਿ ਰਿਹਾ ਹੈ ਤੇ ਜਿੰਨੇ ਪਹਾੜੀ ਰਾਜੇ ਨੇ ਉਹ ਵੀ ਆਖ ਰਹੇ ਨੇ। ਇਮ ਏਕ ਕੂਰ ਬਨੇ ਧਰ ਮਾਰੇ। ਇਹਨਾਂ ਨੇ ਕਸਮਾਂ ਖਾਧੀਆਂ ਨੇ, ਇਹ ਹੁਣ ਏਦਾਂ ਥੋੜੀ ਝੂਠੇ ਹੋ ਕੇ ਧਰਮ ਹਾਰ ਕੇ ਜੀਵਣਗੇ ਜਾਂ ਜਾਣਗੇ। ਜੇ ਨੈ ਮਾਨੋਗੇ ਇਹ ਬਾਤ। ਜੇਕਰ ਤੁਸੀਂ ਬਾਦਸ਼ਾਹ ਤੇ ਨਾ ਪਹਾੜੀ ਰਾਜਿਆਂ ਦੀ ਬਾਤ ਨਹੀਂ ਮੰਨਦੇ ਤਜੇ ਸਾਥ ਤੁਮਰੋ ਬਖਿਆਤ। ਤੇ ਸੁਭਾਵਕ ਹੈ ਕਿ ਇਹ ਸਿੰਘ ਤੁਹਾਡਾ ਸਾਥ ਛੱਡ ਕੇ ਚਲੇ ਜਾਣਗੇ ਭੁੱਖ ਦੇ ਦੁੱਖ ਨਾਲ। ਇੰਨੇ ਡਾਢੇ ਭੁੱਖੇ ਹਨ ਕਿ ਇਹਨਾਂ ਨੇ ਹੁਣ ਆਪ ਜੀ ਦੇ ਨਾਲ ਨਹੀਂ ਰਹਿਣਾ, ਇਹ ਤੁਹਾਨੂੰ ਛੱਡ ਕੇ ਚਲੇ ਜਾਣਗੇ ਜੇ ਤੁਸੀਂ ਨਾ ਵੀ ਗਏ। ਘਰ ਕੇ ਪੀ ਸਗਰੇ ਤਜ ਜਾਵੇ। ਘਰ ਦੇ ਵੀ ਛੱਡ ਕੇ ਚਲੇ ਜਾਣਗੇ। ਭੁੱਖ ਦਾ ਦੁੱਖ ਕੌਣ ਸਹਾਰੇਗਾ ਆਪਣੇ ਤਨ ਉੱਤੇ? ਜਿਤ ਕੇ ਤੋ ਹੋਏ ਕਰ ਪ੍ਰਾਨ ਬਚਾਵੇ। ਜਿੱਧਰ ਕਿੱਧਰ ਹੋ ਕੇ ਸਭ ਆਪਣੇ ਪ੍ਰਾਣ ਬਚਾਉਣ ਲਈ ਭੱਜਣਗੇ, ਨੱਠਣਗੇ। ਪੁਨ ਏਕਲ ਰਹਿ ਕਰੋ ਕਹਾਂ। ਫਿਰ ਜਦੋਂ ਤੁਸੀਂ ਇਕੱਲੇ ਰਹਿ ਗਏ ਇੱਥੇ, ਫਿਰ ਇਕੱਲੇ ਰਹਿ ਕੇ ਕੀ ਕਰੋਗੇ ਜਦੋਂ ਸਾਥੀ ਸਾਰੇ ਛੱਡ ਕੇ ਚਲੇ ਗਏ? ਸਭ ਇਨ ਕੋ ਪ੍ਰਾਨਨ ਪ੍ਰਿਯ ਮਾਨ। ਕਿਉਂਕਿ ਪ੍ਰਾਣ ਤਾਂ ਸਾਰਿਆਂ ਨੂੰ ਹੀ ਪਿਆਰੇ ਨੇ, ਜ਼ਿੰਦਗੀ ਤਾਂ ਸਾਰਿਆਂ ਨੂੰ ਆਪਣੀ ਪਿਆਰੀ ਲੱਗਦੀ ਹੈ। ਸੁਨ ਸਿੰਘਨ ਤੇ ਅਰ ਬਚ ਮਾਤੈ। ਜਦੋਂ ਸਿੰਘਾਂ ਨੇ ਤੇ ਮਾਤਾ ਜੀ ਨੇ ਇਸ ਤਰ੍ਹਾਂ ਬਚਨ ਸਤਿਗੁਰੂ ਜੀ ਨੂੰ ਕਹੇ, ਕਲਗੀਧਰ ਪਾਤਸ਼ਾਹ ਨੇ ਸੁਣੇ। ਰਿਸ ਕਰ ਕਹਿਤ ਪਏ ਵਿਖਿਆਤੈ। ਮਹਾਰਾਜ ਜੀ ਬੀ ਰਸ ਵਿੱਚ ਆਏ ਹੋਏ ਨੇ ਤੇ ਬੀ ਰਸ ਵਿੱਚ ਹੀ ਪ੍ਰਗਟ ਬੋਲ ਬੋਲੇ, ਕਹਿਣ ਲੱਗੇ ਜੋ ਅਬ ਨਿਕਸੇ ਬਚੇ ਸੁਨਾਈ। ਕਹਿਣ ਲੱਗੇ ਮਾਤਾ ਜੀ ਸਿੰਘੋ ਸੁਣੋ, ਜਿਹੜਾ ਹੁਣ ਇੱਥੋਂ ਆਨੰਦਪੁਰ ਸਾਹਿਬ ਚੋਂ ਨਿਕਲ ਕੇ ਜਾਏਗਾ ਉਹ ਬਚੇਗਾ ਨਹੀਂ, ਕਿਉਂਕਿ ਸਤਿਗੁਰਾਂ ਨੂੰ ਦਿਸ ਰਿਹਾ ਸੀ ਕਿ ਦੁਸ਼ਮਣ ਹਮਲਾ ਕਰੇਗਾ। ਮਹਾਰਾਜ ਜੀ ਕਹਿੰਦੇ ਭਾਈ ਵੇਖ ਲੋ, ਜਿਹੜਾ ਆਨੰਦਪੁਰ ਸਾਹਿਬ ਛੱਡ ਕੇ ਜਾਏਗਾ ਉਹ ਬਚੇਗਾ ਨਹੀਂ। ਹਮਰੋ ਦੋਸ਼ ਲਖੋ ਨੈ ਕਾਈ। ਤੇ ਮੁੜ ਕੇ ਕਹੋ ਕਿ ਗੁਰੂ ਜੀ ਨੇ ਨਹੀਂ ਬਚਾਇਆ, ਫਿਰ ਸਾਡੇ ਤੇ ਨਾ ਕੋਈ ਦੋਸ਼ ਲਾਇਓ, ਫਿਰ ਸਾਡਾ ਨਹੀਂ ਕੋਈ ਦੋਸ਼ ਹੋਣਾ। ਪਸਰੇ ਜੈ ਕੈ ਇਹੀ ਪ੍ਰਸੰਗ। ਇਹ ਪ੍ਰਸੰਗ ਸਾਰੇ ਪਾਸੇ ਪਸਰੇਗਾ, ਸਭ ਪਾਸੇ ਗੱਲ ਹੋਵੇਗੀ ਹਤੇ ਗਏ ਸਗਰੇ ਵਿੱਚ ਜੰਗ। ਕਿ ਜੰਗ ਦੇ ਵਿੱਚ ਸਾਰੇ ਸਿੰਘ ਸਮਾਪਤ ਹੋ ਗਏ ਨੇ, ਖਤਮ ਹੋ ਗਏ ਨੇ। ਸੁਨ ਕਰ ਬਿਸਮੈ ਬੌਰ ਵਿਚਾਰੈ। ਔਰ ਫਿਰ ਸੁਣ ਕੇ ਹੈਰਾਨ ਹੋਣਗੇ। ਤੇ ਇੱਧਰ ਜਿਹੜੇ ਸਿੰਘ ਸੁਣਦੇ ਸੀ ਸੁਣ ਕੇ ਹੈਰਾਨ ਹੋਏ ਤੇ ਵਿਚਾਰ ਕਰਦੇ ਨੇ, ਅਸਮੰਜਸ ਕਿਉਂ ਭਈ ਉਚਾਰੈ। ਕਿ ਸਤਿਗੁਰੂ ਜੀ ਐਸੀ ਅਸਮੰਜਸ ਬਾਤ ਕਿਉਂ ਕਹਿ ਰਹੇ ਹਨ? ਕਿਉਂ ਨਾ ਪਏ ਸਤਿਗੁਰ ਰਖਵਾਰੇ। ਲੋਕ ਗੱਲਾਂ ਕਰਨਗੇ ਕਿ ਜਿੰਨੇ ਸਿੰਘ ਆਨੰਦਪੁਰ ਸਾਹਿਬ ਤੋਂ ਛੱਡ ਕੇ ਗਏ ਉਹ ਸਾਰੇ ਕਿਉਂ ਮਾਰੇ ਗਏ ਜੰਗ 'ਚ? ਗੁਰੂ ਸਾਹਿਬ ਨੇ ਉਹਨਾਂ ਦੀ ਰੱਖਿਆ ਕਿਉਂ ਨਾ ਕੀਤੀ? ਇਹ ਗੱਲਾਂ ਚੱਲਣਗੀਆਂ। ਜੇ ਸੰਗੀ ਸਦ ਰਹਿ ਬਿਹਾਰੇ। ਜਿਹੜੇ ਹਮੇਸ਼ਾ ਗੁਰੂ ਜੀ ਦੇ ਨਾਲ ਰਹਿੰਦੇ ਸਨ ਤੇ ਸਤਿਗੁਰੂ ਜੀ ਉਹਨਾਂ ਦੇ ਨਾਲ ਰਹਿੰਦੇ ਸਨ। ਜਾਂ ਤੇ ਲਿਖ ਲਿਖ ਸਕਲ ਵਿਦਾਵਾ। ਸਾਨੂੰ ਇਹੀ ਚਰਚਾ ਚੱਲੇਗੀ ਵੀ ਗੁਰੂ ਜੀ ਨੇ ਨਹੀਂ ਬਚਾਇਆ ਉਹਨਾਂ ਨੂੰ, ਸਾਡੇ ਨਾਂ ਤੇ ਦੋਸ਼ ਲੱਗੇਗਾ ਕਿ ਗੁਰੂ ਜੀ ਨੇ ਰੱਖਿਆ ਨਹੀਂ ਕੀਤੀ ਸਿੰਘਾਂ ਦੀ। ਇਸ ਕਰਕੇ ਜਿਨ੍ਹਾਂ ਨੇ ਜਾਣਾ ਸੁਣੋ ਬਈ, ਆਪਣੇ ਹੱਥੀਂ ਵਿਦਾਵਾ ਲਿਖ ਕੇ ਆਪਣੇ ਜ਼ਿੰਮੇਵਾਰੀ ਤੇ ਜਾ ਸਕਦੇ ਹੋ। ਵਿਦਾਵਾ ਲਿਖ ਕੇ ਦੇ ਦਿਓ, ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜਿਹੜਾ ਬਾਹਰ ਜਾਏਗਾ ਕਿ ਉਹ ਬਚੇਗਾ ਕਿ ਨਹੀਂ ਬਚੇਗਾ। ਤੇ ਇਸੇ ਕਰਕੇ ਲੋਕਾਂ ਵਿੱਚ ਅਪਜਸ ਹੋਵੇਗਾ, ਆਖਣਗੇ ਗੁਰੂ ਜੀ ਨੇ ਨਹੀਂ ਬਚਾਇਆ, ਸਾਰੀ ਜੰਗ 'ਚ ਮਾਰੇ ਗਏ ਨੇ। ਤਾਂ ਉਸ ਵਕਤ ਵਾਸਤੇ ਉਹਨਾਂ ਲੋਕਾਂ ਨੂੰ ਜਵਾਬ ਦੇਣ ਲਈ ਤੁਸੀਂ ਪਹਿਲਾਂ ਹੀ ਸਾਨੂੰ ਵਿਦਾਵਾ ਲਿਖ ਕੇ ਦੇ ਦਿਓ ਤੇ ਲਿਖ ਦਿਓ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਤੇ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਜਿੱਥੇ ਜਾਣਾ ਜਾਓ, ਚਲੇ ਜਾਓ ਜਿਤ ਜੈ ਮਨ ਭਾਵਾ। ਜਿੱਥੇ ਤੁਹਾਡਾ ਮਨ ਭਾਉਂਦਾ ਉੱਥੇ ਚਲੇ ਜਾਓ। ਜੇ ਹੋਵੋ ਹਮਰੇ ਅਨੁਸਾਰੀ। ਤੇ ਜੇ ਤੁਸੀਂ ਸਾਡੇ ਅਨੁਸਾਰੀ ਹੋਵੋਗੇ, ਸਾਡੀ ਆਗਿਆ ਵਿੱਚ ਚੱਲੋਗੇ ਜਿਵੇਂ ਅਸੀਂ ਕਹਿ ਰਹੇ ਹਾਂ, ਤੋ ਚਿਤ ਚਾਹ ਕਰੇ ਰਖਵਾਰੀ। ਤੇ ਫਿਰ ਅਸੀਂ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਲੈਨੇ ਆ, ਤੁਹਾਡੀ ਸਾਰਿਆਂ ਦੀ ਰੱਖਿਆ ਅਸੀਂ ਕਰਾਂਗੇ। ਜੇ ਸਾਡੇ ਹੁਕਮ 'ਚ ਚੱਲੋਗੇ ਤੇ ਫਿਰ ਤੁਹਾਡੇ ਸਾਰਿਆਂ ਦੀ ਜ਼ਿੰਮੇਵਾਰੀ ਸਾਡੀ ਹੈ।
ਅਸੀਂ ਤੁਹਾਡੀ ਸਭ ਦੀ ਰੱਖਿਆ ਕਰਾਂਗੇ। ਖੜਗ ਕੇਤ ਪ੍ਰਭ ਬਨੈ ਸਾਏ। ਖੜਗ ਕੇਤ ਅਕਾਲ ਪੁਰਖ ਵਾਹਿਗੁਰੂ ਜੀ ਆਪ ਖੁਦ ਤੁਹਾਡੇ ਮਦਦਗਾਰ ਹੋਣਗੇ, ਸਹਾਈ ਹੋਣਗੇ। ਰਿਪ ਤੇ ਦੇ ਕਰ ਹਾਥ ਬਚਾਏ। ਔਰ ਦੁਸ਼ਮਣ ਤੋਂ ਆਪਣਾ ਹੱਥ ਦੇ ਕੇ ਖੁਦ ਅਕਾਲ ਪੁਰਖ ਜੀ ਆਪ ਤੁਹਾਡੀ ਰੱਖਿਆ ਕਰਨਗੇ। ਪਰ ਤਾਂ ਜੇ ਤੁਸੀਂ ਸਾਡੇ ਬਚਨ 'ਚ ਚੱਲੋਗੇ, ਸਾਡੀ ਆਗਿਆ 'ਚ, ਜੇ ਆਪ ਉਦਰੀ ਕਰਨੀ ਹੈ, ਜਾਣਾ ਅਸੀਂ ਨਹੀਂ ਰਾਜੀ ਤੁਹਾਨੂੰ ਭੇਜ ਕੇ, ਕਿਉਂਕਿ ਬਾਹਰ ਜਾਓਗੇ ਤੇ ਮਾਰੇ ਜਾਓਗੇ। ਜੇ ਹੁਕਮ 'ਚ ਰਹੋਗੇ ਸਾਡੇ ਪਾਸ ਤੇ ਤੁਹਾਡੀ ਰਾਖੀ ਅਸੀਂ ਕਰਾਂਗੇ। ਪਰ ਜੇ ਆਪਣੀ ਮਰਜ਼ੀ ਕਰਕੇ ਜਾਓਗੇ ਤੇ ਫਿਰ ਪਹਿਲਾਂ ਹੀ ਬਦਾਵਾ ਲਿਖ ਕੇ ਦੇ ਕੇ ਜਾਓ। ਦੋਨੋਂ ਬਾਤਨ ਮੈਂ ਜਿਮ ਪਾਵੇ। ਇਹਨਾਂ ਦੋਨਾਂ ਗੱਲਾਂ ਵਿੱਚੋਂ ਜਿਹੜੀ ਗੱਲ ਤੁਹਾਨੂੰ ਭਾਉਂਦੀ ਹੈ ਉਹ ਕਰ ਲਓ। ਜੇ ਰਹਿਣਾ ਤੇ ਰਾਖੀ ਕਰਾਂਗੇ, ਜੇ ਜਾਣਾ ਹੈ ਤਾਂ ਫਿਰ ਬਦਾਵਾ ਲਿਖ ਕੇ ਦੇ ਜਾਓ। ਸੋ ਕਰ ਚਲੋ ਨਾ ਕੋ ਅਟਕਾਵੇ। ਤੇ ਫਿਰ ਤੁਸੀਂ ਉਹੀ ਕਰਕੇ ਚੱਲੋ ਜੋ ਤੁਹਾਡੇ ਅੱਗੇ ਦੋ ਰਾਹ ਦੱਸ ਦਿੱਤੇ ਨੇ। ਹੁਣ ਤੁਸੀਂ ਵੇਖੋ ਕਿਹੜੇ ਰਾਹ ਤੇ ਤੁਸੀਂ ਚੱਲਣਾ। ਦੋਨਾਂ ਰਸਤਿਆਂ ਤੇ ਅਟਕ ਕੋਈ ਨਹੀਂ। ਮਾਤਾ ਕੀ ਰਿਸ ਲਖ ਕਰ ਸਈ। ਤੇ ਮਾਤਾ ਜੀ ਵੀ ਬੜੇ ਵੀਰਸ ਵਿੱਚ ਬੈਠੇ ਸਨ, ਉਹ ਵੀ ਕਲਗੀਧਰ ਪਾਤਸ਼ਾਹ ਜੀ ਨੂੰ ਬਾਰ-ਬਾਰ ਕਹਿ ਰਹੇ ਸਨ, ਬਿਨ ਸਨੇਹ ਬਾਨੀ ਗੁਰ ਕਈ। ਮਾਤਾ ਜੀ ਨੇ ਸੁਣਿਆ ਕਿ ਕਲਗੀਧਰ ਪਾਤਸ਼ਾਹ ਨੇ ਬਿਲਕੁਲ ਸਾਫ਼ ਦੋ ਟੁਕ ਬਚਨ ਕਹੇ ਨੇ ਜਿਨ੍ਹਾਂ ਵਿੱਚ ਕੋਈ ਸਨੇਹ ਨਜ਼ਰ ਨਹੀਂ ਆਉਂਦਾ। ਪਈ ਕਸ਼ਟ ਤੇ ਬੇਬਲ ਮਾਈ। ਸਤਿਕਾਰਯੋਗ ਮਾਤਾ ਜੀ ਬੜੇ ਕਸ਼ਟਦਾਇਕ ਬੇਬਲ ਹੋਏ। ਕਹਾਂ ਕਰੇ ਕੁਛ ਕਈ ਨ ਜਾਈ। ਕੀ ਕਰਨ ਕੁਝ ਕਿਹਾ ਨਹੀਂ ਜਾ ਰਿਹਾ। ਸੁਤ ਪਿਆਰੋ ਕਿਮ ਤਿਆਗਨ ਕਰੇ। ਮਾਤਾ, ਕਿਉਂਕਿ ਇਹ ਗੱਲ ਤਾਂ ਮਾਤਾ ਜੀ ਨੂੰ ਵੀ ਓਨੀ ਕਹੀ ਵੀ ਤੁਸੀਂ ਵੀ ਲਿਖ ਕੇ ਚਲੇ ਜਾਓ ਬਦਾਵਾ ਜੇ ਜਾਣਾ ਇਹਨਾਂ ਦੇ ਨਾਲ। ਤੋ ਮਾਤਾ ਜੀ ਉਸ ਵਕਤ ਸੋਚਦੇ ਨੇ ਕਿ ਮੈਂ ਆਪਣੇ ਪਿਆਰੇ ਪੁੱਤਰ ਨੂੰ ਤਿਆਗ ਕੇ ਕਿਵੇਂ ਜਾਵਾਂ। ਨੈ ਤਿਆਗੇ ਜਾਣੇ ਹਮ ਮਰੇ। ਇਹ ਸਿੰਘ ਵੀ ਕਿਵੇਂ ਜਾਣ, ਜੇ ਨਹੀਂ ਜਾਣਗੇ ਤਾਂ ਮਾਰੇ ਜਾਣਗੇ। ਤਿਮਈ ਦੁਬਿਧਾ ਸਿੰਘਨ ਵਿਆਪੀ। ਸਿੰਘਾਂ ਦੇ ਮਨ ਵਿੱਚ ਵੀ ਇਹੀ ਦੁਬਿਧਾ ਵਿਆਪੀ ਆ ਤੇ ਮਾਤਾ ਜੀ ਦੇ ਅੰਦਰ ਵੀ ਇਹੀ ਦੁਬਿਧਾ ਚੱਲ ਰਹੀ ਹੈ। ਪ੍ਰਣ ਤੋਂ ਗੁਰ ਤਜ ਹੈ ਨਾ ਕਦਾਪੀ। ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜੇ ਬਚਨ ਕਹੇ ਨੇ, ਸਿੰਘਾਂ ਦਾ ਪ੍ਰਣ ਹੈ ਕਿ ਅਸੀਂ ਗੁਰੂ ਸਾਹਿਬ ਨੂੰ ਛੱਡ ਕੇ ਨਹੀਂ ਜਾਣਾ। ਤੇ ਜਿਨ੍ਹਾਂ ਸਿੰਘਾਂ ਦਾ ਪ੍ਰਣ ਕੀਤਾ ਹੋਇਆ ਉਹ ਭਲਾ ਹੁਣ ਕਿਵੇਂ ਗੁਰੂ ਸਾਹਿਬ ਜੀ ਨੂੰ ਛੱਡ ਕੇ ਜਾਣਗੇ। ਹਮ ਨੇ ਸਿੱਖ ਗੁਰੂ ਤੋਂ ਮਨਾਈ। ਇਹ ਕਿਵੇਂ ਲਿਖਣਗੇ ਸਿੱਖ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਗੁਰੂ ਨਹੀਂ। ਇਹ ਕਿਮ ਲਿਖੀ ਜਾਏ ਪ੍ਰਭ ਪਾਈ। ਇਹ ਕਿਵੇਂ ਲਿਖਣਗੇ ਉਹ ਪਿਆਰ ਵਾਲੇ ਪ੍ਰੇਮੀ ਸਿੱਖ ਗੁਰੂ ਸਾਹਿਬ ਜੀ ਦੇ ਅੱਗੇ ਬਦਾਵਾ ਲਿਖ ਕੇ ਕਿਵੇਂ ਦੇਣਗੇ। ਚਿਤ ਸੋਚਨ ਕੋ ਸੋਚਤ ਸਾਰੇ। ਇਦਾਂ ਸਾਰੇ ਆਪਣਿਆਂ ਚਿਤਾਂ ਵਿੱਚ ਸੋਚਾਂ ਸੋਚਦੇ ਹਨ। ਪੁੱਛ ਨਾ ਸਕੇ ਕਰ ਦੁਬਿਧਾ ਧਾਰੇ। ਪਰ ਹੁਣ ਕੀ ਕਰਨ, ਕਰ ਨਹੀਂ ਸਕਦੇ। ਕੁਝ ਮਨ 'ਚ ਦੁਬਿਧਾ ਬਣੀ ਹੋਈ ਆ, ਨਾ ਰਹਿ ਸਕਦੇ ਨੇ ਨਾ ਜਾ ਸਕਦੇ ਨੇ। ਗਏ ਵਕੀਲ ਸਬਨ ਸਨ ਕਹਿਓ। ਉਧਰ ਉਹ ਜਿਹੜੇ ਵਕੀਲ ਸਨ ਉਹ ਵੀ ਗਏ ਤੇ ਜਾ ਕੇ ਪਹਾੜੀ ਰਾਜਿਆਂ ਤੇ ਸੂਬੇਦਾਰਾਂ ਨੂੰ ਕਹਿੰਦੇ ਹਨ, ਸਤਿਗੁਰ ਰਣ ਕੋ ਹਟ ਧਰ ਰਹੇ ਹੋ। ਕਹਿਣ ਲੱਗੇ ਗੁਰੂ ਜੀ ਨਹੀਂ ਸਾਡੀ ਗੱਲ ਮੰਨਦੇ, ਉਹ ਤਾਂ ਜੰਗ ਕਰਨ ਦੀ ਤਿਆਰੀ ਕਰਕੇ ਬੈਠੇ ਨੇ। ਉਹ ਤਾਂ ਕਹਿੰਦੇ ਅਸੀਂ ਤਾਂ ਫੈਸਲਾ ਜੰਗ ਦੇ ਮੈਦਾਨ 'ਚ ਕਰਨਾ। ਤਉ ਬਾਤ ਇੱਕ ਬਿਦ ਬਨ ਆਵੇ। ਪਰ ਉਹ ਵਕੀਲ ਕਹਿੰਦੇ ਇੱਕ ਕੰਮ ਸਾਡਾ ਬੜਾ ਵਧੀਆ ਹੋ ਗਿਆ ਜਿਹੜਾ ਸਾਨੂੰ ਦਿਸਦਾ ਹੈ। ਮਾਤਾ ਕੋ ਹਮ ਪੁਨ ਸਮਝਾਵੇ। ਕਿ ਅਸੀਂ ਗੁਰੂ ਜੀ ਦੀ ਮਾਤਾ ਜੀ ਦੇ ਨਾਲ ਗੱਲ ਕਰਕੇ ਆਏ ਆ ਤੇ ਦੁਬਾਰਾ ਫੇਰ ਅਸੀਂ ਉਹਨਾਂ ਨੂੰ ਜਾ ਕੇ ਮਿਲ ਕੇ ਸਮਝਾਵਾਂਗੇ। ਬਿਨਤੀ ਕਰੇ ਗਿਰੇਸ਼ਨ ਦਿਸ਼ ਤੇ। ਔਰ ਸਾਰੇ ਪਹਾੜੀ ਰਾਜਿਆਂ ਵੱਲੋਂ ਮਾਤਾ ਜੀ ਦੇ ਕੋਲ ਬੇਨਤੀ ਕਰਾਂਗੇ। ਦੇਹ ਭਰੋਸਾ
ਬਿਦ ਜਿਸ ਕਿਸ ਤੇ ਔਰ ਸਾਰੇ ਪਾਸਿਆਂ ਤੋਂ ਭਰੋਸਾ ਦੇਵਾਂਗੇ ਸਭ ਨੂੰ। ਸੋ ਆਪਣੇ ਸੁਤ ਕੋ ਸਮਝਾਵੇ ਤੇ ਮਾਤਾ ਜੀ ਆਪਣੇ ਪੁੱਤਰ ਨੂੰ ਕਹਿ ਕਹਿ ਕੇ ਸਮਝਾਉਣਗੇ। ਜਿਉਂ ਜਿਉਂ ਕਰ ਨਿਕਸਨ ਮਨਵਾਵੇ ਜਿਵੇਂ ਕਿਵੇਂ ਕਰਕੇ ਮਾਤਾ ਜੀ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਤੋਂ ਚੱਲਣ ਲਈ ਤਿਆਰ ਕਰ ਲੈਣਗੇ, ਸਾਨੂੰ ਇਹ ਯਕੀਨ ਹੈ। ਜੇ ਜਨਨੀ ਕੋ ਕਹਿਓ ਨਾ ਮਾਨੇ ਜੇਕਰ ਗੁਰੂ ਜੀ ਨੇ ਆਪਣੇ ਸਤਿਕਾਰਯੋਗ ਮਾਤਾ ਦਾ ਕਹਿਣਾ ਨਾ ਮੰਨਿਆ ਤੋ ਇਮ ਹੋਏ ਬਾਤ ਹਮ ਜਾਣੇ ਤੇ ਕਹਿੰਦੇ ਫਿਰ ਵੀ ਸਾਡਾ ਇਹਦੇ ਚ ਲਾਭ ਹੋ ਰਿਹਾ ਹੈ, ਇਹਦੇ ਵਿੱਚ ਅਸੀਂ ਇਹ ਜਾਣਦੇ ਹਾਂ ਪੋਤਰੇ ਆਦਿਕ ਗੁਰ ਪਰਵਾਰ ਕਿ ਗੁਰੂ ਜੀ ਦਾ ਜਿਹੜਾ ਅੱਗੇ ਪਰਿਵਾਰ ਹੈ ਵਾ ਮਾਤਾ ਗੁਜਰੀ ਜੀ ਦੇ ਜਿਹੜੇ ਅੱਗੇ ਪੋਤਰੇ ਹਨ ਨਿਕਰੇ ਵੈਰ ਬਿਨਾ ਅਨੁਸਾਰ ਉਹ ਗੁਰੂ ਜੀ ਦੀ ਆਗਿਆ ਤੋਂ ਬਿਨਾਂ ਹੀ ਬਾਹਰ ਨਿਕਲ ਕੇ ਚਲੇ ਜਾਣਗੇ। ਸਾਨੂੰ ਇਦਾਂ ਜਾਪਦਾ ਹੈ ਕਿ ਜੇ ਮਾਤਾ ਜੀ ਮਨਾ ਲਿਆ ਗੁਰੂ ਜੀ ਨੂੰ ਤਾਂ ਠੀਕ, ਜੇ ਨਾ ਮੰਨੇ ਗੁਰੂ ਜੀ ਤੇ ਮਾਤਾ ਜੀ ਆਪਣੇ ਸਾਰੇ ਪੋਤਰਿਆਂ ਨੂੰ ਲੈ ਕੇ ਤੇ ਗੁਰੂ ਜੀ ਦੇ ਪਰਿਵਾਰ ਨੂੰ ਲੈ ਕੇ ਨਾਲ ਉਹ ਗੁਰੂ ਜੀ ਨੂੰ ਛੱਡ ਕੇ ਚਲੇ ਜਾਣਗੇ। ਇਸ ਬਿਦ ਭੇਦ ਪਰੇ ਗੁਰ ਘਰ ਮੈਂ ਏਦਾਂ ਗੁਰੂ ਘਰ ਦੇ ਵਿੱਚ ਅਸੀਂ ਭੇਦ ਪਾ ਦਿੱਤਾ। ਦੁਸ਼ਮਣ ਦੀ ਇਹੀ ਸਭ ਤੋਂ ਭੈੜੀ ਬਿਰਤੀ ਹੁੰਦੀ ਹੈ ਕਿ ਜਿਸ ਨਾਲ ਟਾਕਰਾ ਹੋਵੇ ਉਹਦੇ 'ਚ ਭੇਦ ਪਾ ਦਿਓ, ਆਪਸ ਵਿੱਚ ਉਹਨਾਂ 'ਚ ਭੇਦ ਪਾ ਕੇ ਇੱਕ ਦੂਜੇ ਦੀ ਲੜਾਈ ਵਿੱਚ ਉਹਨਾਂ ਨੂੰ ਉਲਝਾ ਦਿਓ ਤੇ ਸਾਡੇ ਵੱਲ ਉਹਨਾਂ ਦਾ ਧਿਆਨ ਹੀ ਨਾ ਆਵੇ। ਇਹੀ ਕੁਝ ਕਰਦੀਆਂ ਨੇ ਸਰਕਾਰਾਂ। ਕਹਿਣ ਲੱਗੇ ਅਸੀਂ ਉਹਨਾਂ ਦੇ ਘਰ ਵਿੱਚ ਭੇਦ ਪਾ ਦਿੱਤਾ, ਫਰਕ ਪਾ ਦਿੱਤਾ। ਹੋਏ ਇਕਾਕੀ ਸਮਝੇ ਉਰ ਮੈਂ ਗੁਰੂ ਜੀ ਇਕੱਲੇ ਰਹਿ ਜਾਣਗੇ ਤੇ ਜਦੋਂ ਇਕੱਲੇ ਰਹਿ ਜਾਣਗੇ ਫਿਰ ਉਹਨਾਂ ਨੂੰ ਸਾਰੀ ਗੱਲ ਸਮਝ ਆਵੇਗੀ। ਬੌਰ ਆਪ ਪੀ ਨਿਕਰਨ ਕਰੇ ਆਖੀਰ ਜਦੋਂ ਇਕੱਲੇ ਰਹਿ ਗਏ ਗੁਰੂ ਜੀ ਤੇ ਫਿਰ ਉਹਨਾਂ ਨੂੰ ਵੀ ਆਨੰਦਪੁਰ ਸਾਹਿਬ ਛੱਡ ਕੇ ਨਿਕਲਣਾ ਹੀ ਪਵੇਗਾ, ਜਾਣਾ ਹੀ ਪਵੇਗਾ। ਠਹਿਰੇ ਨਹੀਂ ਜੰਗ ਪਰ ਰਹੇ ਔਰ ਉਹ ਠਹਿਰਨਗੇ ਨਹੀਂ ਜੰਗ ਦੇ ਮੈਦਾਨ ਵਿੱਚ, ਅਸੀਂ ਉਹਨਾਂ ਨੂੰ ਮਾਰ ਮੁਕਾਵਾਂਗੇ। ਭੀਮ ਚੰਦ ਖਵਾਜਾ ਮਰਦੂਦ ਜਦੋਂ ਵਕੀਲਾਂ ਨੇ ਗੱਲਾਂ ਕੀਤੀਆਂ ਤੇ ਭੀਮ ਚੰਦ ਤੇ ਉਹਦੇ ਨਾਲ ਜਿਹੜੇ ਹੋਰ ਰਾਜੇ ਸੀ ਜਾਂ ਵਜ਼ੀਰ ਖਾਨ ਸੂਬਾ ਸਰਹੰਦ ਸੀ ਕਯੋ ਵਕੀਲਨ ਜੋ ਮੌਜੂਦ ਸੁਣ ਕੇ ਬੋਲੇ ਜਿਹੜੇ ਉੱਥੇ ਮੌਜੂਦ ਬੈਠੇ ਸਨ, ਕਹਿਣ ਲੱਗੇ ਵਕੀਲਾਂ ਨੂੰ ਇਹ ਨੀਕੀ ਤੁਮ ਨੀਤ ਵਿਚਾਰੀ ਕਹਿਣ ਲੱਗੇ ਜੀ ਇਹ ਗੱਲ ਤੁਸੀਂ ਬੜੀ ਵਧੀਆ ਵਿਚਾਰੀ ਏ, ਤਾਂ ਬੜੇ ਪਤੇ ਦਾ ਕੰਮ ਕਰਕੇ ਆਏ ਹੋ ਟਿਕਾਣੇ ਦਾ। ਕਰੋ ਯਤਨ ਇਸ ਕੋ ਮਤ ਭਾਰੀ ਕਹਿੰਦੇ ਇਹਦੇ ਵਾਸਤੇ ਯਤਨ ਕਰੋ ਵੀ ਕਿਸੇ ਤਰੀਕੇ ਨਾਲ ਗੁਰੂ ਘਰ ਵਿੱਚ ਪਾਟਕ ਪੈ ਜਾਏ, ਅਸੀਂ ਗੁਰੂ ਘਰ ਨੂੰ ਦੋ ਧੜਿਆਂ ਵਿੱਚ ਵੰਡ ਦਈਏ, ਏਦਾਂ ਦਾ ਯਤਨ ਕਰੋ। ਕਹਿ ਲੂਰੀ ਕਹੇ ਲਿਓ ਮਮ ਨਾਮੋ ਰਾਜਾ ਭੀਮ ਚੰਦ ਕਹਿਲੂਰੀ ਬੋਲਿਆ ਵਕੀਲਾਂ ਨੂੰ, ਕਹਿੰਦਾ ਤੁਸੀਂ ਮੇਰਾ ਨਾਂ ਲੈਣਾ ਸੀ ਮਾਤਾ ਜੀ ਕੋਲ ਜਾ ਕੇ, ਹੁਣ ਜਦੋਂ ਜਾਓ ਤੇ ਮੇਰਾ ਨਾਂ ਜ਼ਰੂਰ ਲਿਓ, ਕਿਉਂਕਿ ਮੈਂ ਮਾਤਾ ਜੀ ਦੇ ਬਹੁਤ ਦਰਸ਼ਨ ਕੀਤੇ ਨੇ, ਉਹ ਮੇਰੇ ਨਾਲ ਵੀ ਸਤਿਕਾਰ ਕਰਦੇ ਨੇ। ਇਸ ਕਰਕੇ ਤੁਸੀਂ ਮਾਤਾ ਜੀ ਨੂੰ ਮੇਰੇ ਵੱਲੋਂ ਕਹਿਣਾ ਕਿ ਰਾਜੇ ਭੀਮ ਚੰਦ ਨੇ ਬੇਨਤੀ ਭੇਜੀ ਹੈ, ਕਰੋ ਮਾਤ ਕੇ ਚਰਨ ਪ੍ਰਣਾਮੋ ਔਰ ਮੇਰੇ ਵੱਲੋਂ ਮਾਤਾ ਜੀ ਦੇ ਚਰਨਾਂ 'ਚ ਪ੍ਰਣਾਮ ਕਰਿਓ। ਆਖਿਓ ਰਾਜੇ ਭੀਮ ਚੰਦ ਨੇ ਸਜਦਾ ਕੀਤਾ ਹੈ। ਜੇ ਮਹਾਮ ਧਰਮ ਕਰੇ ਕਹਿ ਦੀਜੈ ਔਰ ਮਾਤਾ ਜੀ ਹੋਣਾ ਪਾਸੋਂ ਪੁੱਛ ਕੇ ਆਓ ਵੀ ਉਹ ਕਿੱਦਾਂ ਸਾਡੇ ਤੇ ਯਕੀਨ ਕਰ ਸਕਦੇ ਨੇ, ਵੀ ਅਸੀਂ ਕਿੱਦਾਂ ਦੀ ਕਸਮ ਖਾਈਏ, ਕਿਸ ਤਰੀਕੇ ਦੀ ਕਸਮ ਖਾਈਏ, ਕੀ ਕਰਕੇ ਭੇਜੀਏ। ਜਿਵੇਂ ਮਾਤਾ ਜੀ ਕਹਿਣਗੇ ਸਾਨੂੰ ਜਿਸ ਤਰੀਕੇ ਨਾਲ ਕਸਮ ਖਾਣ ਨੂੰ, ਉਸੇ ਤਰ੍ਹਾਂ ਦੀ ਕਸਮ ਖਾ ਕੇ ਅਸੀਂ ਮਾਤਾ ਜੀ ਕੋਲ ਭੇਜਾਂਗੇ। ਇੱਕ ਬਾਰ ਪੁਰ ਤਿਆਗਨ ਕੀਜੇ ਬਸ ਇੱਕ ਵਾਰ ਗੁਰੂ ਜੀ ਤੇ ਮਾਤਾ ਜੀ ਆਨੰਦਪੁਰ ਸਾਹਿਬ ਛੱਡ ਜਾਣ, ਧਨ ਆਦਿਕ ਸਾਮਗਰੀ ਭਾਰੀ ਇਹਨਾਂ ਦੀ ਧਨ ਆਦਿਕ ਦੀ ਜਿਤਨੀ ਸਮੱਗਰੀ ਹੈ, ਜਿੰਨਾ ਇਹਨਾਂ ਦੇ ਕੋਲ ਖਜ਼ਾਨਾ ਹੈ, ਲੀਜੇ ਆਪਣੀ ਸਰਬ ਸੰਭਾਰੀ ਕਿ ਮਾਤਾ ਜੀ ਇਹ ਤੁਸੀਂ ਆਪਣਾ ਸਾਰਾ ਕੁਝ ਸੰਭਾਲ ਕੇ ਲੈ ਜਾਓ, ਅਸੀਂ ਇਹ ਨਹੀਂ ਖੋਵਾਂਗੇ। ਮੈਂ ਹੋਏ ਚਲੋ ਸੰਗ ਤੁਮਾਰੇ ਔਰ ਬਕਾਇਦਾ ਮਾਤਾ ਜੀ ਨੂੰ ਕਹਿਣਾ ਕਿ ਰਾਜਾ ਭੀਮ ਚੰਦ ਕਹਿੰਦਾ ਕਿ ਮੈਂ ਖੁਦ ਮਾਤਾ ਜੀ ਤੁਹਾਡੇ ਨਾਲ ਚੱਲਾਂਗਾ, ਤੁਹਾਡੀ ਸੁਰੱਖਿਆ ਕਰਦੇ ਆਂ।
ਦੇਉ ਲੰਘਾਏ ਬ੍ਰਿੰਦ ਦਲ ਸਾਰੇ। ਔਰ ਮੈਂ ਖੁਦ ਆਪ ਸਾਰੀ ਫੌਜ ਦੇ ਵਿੱਚੋਂ ਕੱਢ ਕੇ ਆਵਾਂਗਾ ਮਾਤਾ ਜੀ ਨੂੰ ਤੇ ਉਹਨਾਂ ਦੇ ਪੋਤਰਿਆਂ ਨੂੰ। ਪੁਨ ਗਮਨੋ ਚਿਤ ਚਾਤ ਤੇ ਜਾਂ ਫਿਰ ਜਦੋਂ ਫੌਜ ਤੋਂ ਦੂਰ ਅੱਗੇ ਕੱਢ ਕੇ ਆ ਜਾਵਾਂਗਾ ਘੇਰੇ ਚੋਂ, ਤੇ ਫਿਰ ਮਾਤਾ ਜੀ ਦਾ ਜਿੱਧਰ ਵੀ ਜਾਣ ਨੂੰ ਮਨ ਕਰੇ ਉਹ ਜਾ ਸਕਦੇ ਹਨ। ਲਸ਼ਕਰ ਪਰੇ ਮੋਏ ਦੁਖ ਮਹਾ। ਔਰ ਜਿਹੜਾ ਲਸ਼ਕਰ ਹੈ ਇਸ ਵੇਲੇ ਬਹੁਤ ਜ਼ਿਆਦਾ ਦੁਖੀ ਤੇ ਵਿਆਕੁਲ ਹੈ, ਦੇਸ਼ ਗਿਰਨ ਕੋ ਪਇਓ ਬਿਨਾਸ਼ੀ। ਕਿਉਂਕਿ ਸਾਰੀ ਪਹਾੜੀਆਂ ਰਿਆਸਤਾਂ ਸਮਾਪਤ ਹੋ ਰਹੀਆਂ ਨੇ। ਮਾਤਾ ਜੀ ਨੂੰ ਕਿਹੋ ਕਿ ਪਹਾੜੀ ਰਿਆਸਤਾਂ ਉਜੜ ਗਈਆਂ ਨੇ, ਥੇ ਬਣ ਗਏ ਨੇ, ਫਸਲਾਂ ਤਬਾਹ ਹੋ ਗਈਆਂ ਨੇ। ਉਜਰੀ ਪਰਜਾ ਕਾਂ ਕ੍ਰਿਖ ਰਾਸੀ। ਸਾਰੀ ਪਰਜਾ ਉਜੜ ਚੱਲੀ ਹੈ, ਖੇਤੀ ਨਹੀਂ ਰਹੀ ਕਿਤੇ, ਲੋਕ ਭੁੱਖੇ ਮਰ ਰਹੇ ਨੇ। ਜਾਂ ਤੇ ਚਾਓ ਜੋ ਮਿਟੇ ਬਖੇਰਾ। ਕਰਕੇ ਮਾਤਾ ਜੀ ਨੂੰ ਕਹੋ ਕਿ ਕਿਸੇ ਤਰੀਕੇ, ਜਿਸ ਵੀ ਤਰੀਕੇ ਦੇ ਨਾਲ ਉਹ ਸਾਡੀ ਗੱਲ ਤੇ ਯਕੀਨ ਕਰਨ ਤੇ ਇਹ ਬਖੇੜਾ ਮਿਟਦਾ ਹੋਵੇ, ਜਿਵੇਂ ਉਹ ਆਖਣ ਮਾਤਾ ਜੀ ਅਸੀਂ ਉਸੇ ਤਰ੍ਹਾਂ ਕਰਨ ਨੂੰ ਤਿਆਰ ਹਾਂ। ਇਹ ਗੱਲਾਂ ਤੁਸੀਂ ਜਾ ਕੇ ਮਾਤਾ ਜੀ ਨੂੰ ਕਹੋ। ਮਾਨੋ ਬਿਨੇ ਸਹਿਤ ਬਚ ਮੇਰਾ। ਔਰ ਬੇਨਤੀ ਸਹਿਤ ਜਿਹੜਾ ਮੇਰਾ ਬਚਨ ਹੈ ਉਹ ਮਾਤਾ ਜੀ ਮੰਨ ਲੈਣ। ਉਤ ਹਜ਼ਰਤ ਬੋ ਲਿਖੇ ਪਠਾਏ। ਫਿਰ ਉਧਰੋਂ ਬਾਦਸ਼ਾਹ ਦੀ ਲਿਖੀ ਹੋਈ ਚਿੱਠੀ ਵੀ ਮਾਤਾ ਜੀ ਨੂੰ ਵਿਖਾ ਦਿਓ ਕਿ ਬਾਦਸ਼ਾਹ ਨੇ ਖੁਦ ਆਪ ਆਪਣੇ ਹੱਥ ਨਾਲ ਚਿੱਠੀ ਲਿਖ ਕੇ ਭੇਜੀ ਹੈ। ਹਿਤ ਕਰ ਮਿਲਬੇ ਹੇਤ ਬੁਲਾਏ। ਸਗੋਂ ਬਾਦਸ਼ਾਹ ਤਾਂ ਪ੍ਰੇਮ ਨਾਲ ਗੁਰੂ ਜੀ ਨੂੰ ਆਪਣੇ ਕੋਲ ਮਿਲਣ ਲਈ ਬੁਲਾ ਰਿਹਾ ਹੈ। ਉਹ ਕਹਿੰਦਾ ਮੈਂ ਗੁਰੂ ਜੀ ਦੇ ਦਰਸ਼ਨ ਕਰਨੇ ਹਨ। ਇਤਿਆਦਿਕ ਦੂਤਨ ਸਨ ਕਹਿ ਕੇ। ਇਤਿਆਦਿਕ ਦੂਤਾਂ ਦੇ ਨਾਲ ਰਾਜੇ ਭੀਮ ਚੰਦ ਨੇ ਗੱਲਾਂ ਬਾਤਾਂ ਕੀਤੀਆਂ। ਪਠੇ ਮਾਤ ਟਿਗ ਨਿਕਸੇ ਚਹਿ ਕੇ। ਔਰ ਇਹ ਸਾਰਿਆਂ ਨੂੰ ਮਾਤਾ ਜੀ ਦੇ ਪਾਸ ਭੇਜਿਆ। ਕਹਿੰਦੇ ਤੁਸੀਂ ਗੁਰੂ ਜੀ ਨੂੰ ਨਹੀਂ ਮਿਲਣਾ, ਹੁਣ ਮਾਤਾ ਜੀ ਨਾਲ ਗੱਲਬਾਤ ਕਰਨੀ ਹੈ। ਮਾਤਾ ਜੀ ਨੂੰ ਮਿਲ ਕੇ ਇਸ ਤਰੀਕੇ ਨਾਲ ਗੱਲਬਾਤ ਕਰਨੀ ਹੈ ਕਿ ਮਾਤਾ ਜੀ ਗੁਰੂ ਸਾਹਿਬ ਤੋਂ ਬਿਨਾਂ ਹੀ ਉੱਥੋਂ ਚੱਲਣ ਦੀ ਤਿਆਰੀ ਕਰ ਲੈਣ। ਪ੍ਰਥਮ ਸਕਲਈ ਗੁਰ ਟਿਗੇ ਆਏ। ਏਦਾਂ ਇਹ ਜਦੋਂ ਚੱਲ ਕੇ ਆਏ ਪਹਿਲਾਂ ਸਤਿਗੁਰਾਂ ਦੇ ਕੋਲ ਪਹੁੰਚੇ। ਹੱਥ ਜੋੜ ਤਰ ਸੀਸ ਨਿਵਾਏ। ਹੱਥ ਜੋੜ ਕੇ ਨਾ ਦੂਤਾਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਮੱਥਾ ਟੇਕਿਆ। ਬੈਠ ਗਏ ਬਿਰਤਾਂਤ ਬਖਾਨਾ। ਔਰ ਕੋਲ ਬਹਿ ਕੇ ਸਾਰਾ ਬਿਰਤਾਂਤ ਮਹਾਰਾਜ ਜੀ ਨੂੰ ਆਪਣੇ ਆਉਣ ਦਾ ਦੱਸਿਆ। ਸ਼੍ਰੀ ਸਤਿਗੁਰੂ ਸੁਜਾਨ ਮਹਾਨਾ। ਦਇਆ ਨਿਧ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਜਾਣੀ ਜਾਣ ਸਤਿਗੁਰੂ ਜੀ ਨੇ ਇਹਨਾਂ ਦੇ ਵੀ ਮਨ ਦੀ ਜਾਣ ਲਈ ਐਸੇ ਦਿਆਲੂ ਹਨ। ਉਮਰਾਵਨ ਅਰ ਗਿਰਪਤ ਸਾਰੇ। ਜਿੰਨੇ ਉਮਰਾਵ ਨੇ, ਜਿੰਨੇ ਵੀ ਪਹਾੜੀ ਰਾਜੇ ਹਨ, ਸਭ ਇੱਕ ਥਲ ਮਿਲ ਇੱਕ ਮਤ ਧਾਰੇ। ਕਹਿਣ ਲੱਗੇ ਜੀ ਸਾਰਿਆਂ ਨੇ ਇੱਕ ਜਗ੍ਹਾ ਤੇ ਮਿਲ ਕੇ ਸਭ ਨੇ ਇੱਕ ਮਤ ਕੀਤਾ, ਸਭ ਦੀ ਇੱਕ ਮਤ ਰਾਏ ਹੈ। ਹਜ਼ਰਤ ਲਿਖ ਤਾਕੀਦ ਪਠਾਈ। ਵੇਖੋ ਜੀ ਬਾਦਸ਼ਾਹ ਨੇ ਖੁਦ ਤਾਕੀਦ ਲਿਖ ਕੇ ਭੇਜੀ, ਉਹਨੇ ਆਪਣਾ ਪਰਵਾਨਾ ਭੇਜਿਆ। ਬੋਲਨੇ ਆਪ ਸਾਥ ਲਲਚਾਈ। ਔਰ ਬਾਦਸ਼ਾਹ ਤੁਹਾਡੇ ਨਾਲ ਗੁਫ਼ਤਗੂ ਕਰਨਾ ਚਾਹੁੰਦਾ, ਉਹ ਤਾਂ ਤੁਹਾਡੇ ਨਾਲ ਖੁਦਾ ਦੇ ਸੰਬੰਧ ਵਿੱਚ ਗੋਸ਼ਟ ਕਰਨਾ ਚਾਹੁੰਦਾ। ਇਹੋ ਜੀ ਲਾਲਸਾ ਬਾਦਸ਼ਾਹ ਦੇ ਮਨ ਵਿੱਚ ਹੈ। ਵਿਵਿਧ ਵਿਦਨ ਕੇ ਗੁਣ ਸੁਨ ਥਾਰੇ। ਤੁਹਾਡੇ ਉਹਨੇ ਬੜੇ ਗੁਣ ਸੁਣੇ ਨੇ ਬਾਦਸ਼ਾਹ ਨੇ। ਬੜੇ ਬੜੇ ਵੱਡੇ ਵਜ਼ੀਰ ਆ ਕੇ ਤੁਹਾਡੀਆਂ ਸਿਫਤਾਂ ਕਰਦੇ ਹਨ। ਆਵੇਂ ਆਪ ਕੇ ਲੈ ਹਕਾਰੇ। ਉਹ ਕਹਿੰਦਾ ਵੀ ਜੇ ਸਤਿਗੁਰੂ ਜੀ ਆਪ ਆ ਜਾਣ ਤਾਂ ਚੰਗਾ ਹੈ, ਜੇ ਨਹੀਂ ਆਉਂਦੇ ਤੇ ਮੈਂ ਉਹਨਾਂ ਵਾਸਤੇ ਕੋਈ ਪ੍ਰਬੰਧ ਕਰ ਦਿੰਨਾ, ਸਵਾਰੀ ਭੇਜ ਦਿੰਨਾ, ਜੋ ਕਹਿੰਦੇ ਨੇ ਉਸੇ ਤਰੀਕੇ ਨਾਲ ਬੁਲਾ ਲੈਂਦਾ ਹਾਂ। ਸ਼ਾਹ ਆਪ ਜੇ ਚਾਹਤੇ ਐਸੇ। ਤੇ ਗੁਰੂ ਜੀ ਵੇਖੋ ਬਾਦਸ਼ਾਹ ਦਾ ਰੁਖ ਤੁਹਾਡੇ ਪ੍ਰਤੀ ਕਿਤਨਾ ਨਰਮ ਹੈ। ਜੇ ਬਾਦਸ਼ਾਹ ਖੁਦ ਤੁਹਾਡੇ ਪ੍ਰਤੀ ਇਦਾਂ ਦਾ ਰੁਖ ਰੱਖਦਾ ਹੈ, ਬਾਦਸ਼ਾਹ ਦੇ ਮਨ ਵਿੱਚ ਤੁਹਾਡੇ ਪ੍ਰਤੀ ਐਸੀ ਨਰਮੀ ਹੈ, ਵਿਪਰੇ ਅਪਰ ਕਰੇ ਕੋ ਕੈਸੇ। ਫਿਰ ਹੋਰ ਕਿਹਦੇ 'ਚ ਤਾਕਤ ਹੈ ਜਿਹੜਾ ਬਾਦਸ਼ਾਹ ਤੋਂ ਬਾਹਰ ਚੱਲ ਕੇ ਤੁਹਾਡੀ ਬਰਖਲਾਫਤ ਕਰੇ। ਇੰਨਾ ਤਾਣ ਕਿਹੜੇ ਰਾਜੇ 'ਚ ਹੋ ਸਕਦਾ ਹੈ, ਕਿਹੜੇ ਸੂਬੇਦਾਰ 'ਚ ਹੋ ਸਕਦਾ ਹੈ ਕਿ ਜੇ ਬਾਦਸ਼ਾਹ ਤੁਹਾਡੀ ਹਮਾਇਤ ਵਿੱਚ ਹੈ ਤੇ ਫਿਰ ਹੋਰ ਕਿਹੜਾ ਤੁਹਾਡੇ ਬਰਖਲਾਫ ਹੋ ਸਕਦਾ ਹੈ।
ਤਜੋ ਜੰਗ ਕੀ ਬਾਤ ਨਾ ਨੀਕੀ। ਗੁਰੂ ਜੀ ਇਹ ਜੰਗ ਯੁੱਧ ਛੱਡ ਦਿਓ, ਕਿਉਂਕਿ ਲੜਨਾ ਜੰਗ ਯੁੱਧ ਕਰਨਾ ਇਹ ਠੀਕ ਗੱਲ ਨਹੀਂ। ਇਹਦੇ ਚ ਬੰਦੇ ਮਰਦੇ ਨੇ, ਪੈਸਾ ਖਰਾਬ ਹੁੰਦਾ ਹੈ। ਜਿਸ ਮੈਂ ਮ੍ਰਿਤਿਉ ਹੋਏ ਸਭ ਹੀ ਕੀ। ਇਹਦੇ ਵਿੱਚ ਤਾਂ ਸਭ ਦੀ ਮੌਤ ਹੀ ਹੁੰਦੀ ਹੈ, ਭਾਵੇਂ ਕੋਈ ਜਿੱਤੇ ਤੇ ਭਾਵੇਂ ਕੋਈ ਹਾਰੇ। ਹਾਰਨ ਵਾਲੇ ਵੀ ਮਰਦੇ ਨੇ ਤੇ ਜਿੱਤਣ ਵਾਲੇ ਵੀ ਮਰਦੇ ਨੇ। ਇੱਕ ਬਾਰ ਤਜ ਦੁਰਗ ਸਿਧਾਰੋ। ਇੱਕ ਵਾਰ ਤੁਸੀਂ ਸਾਡਾ ਕਹਿਣਾ ਮੰਨ ਕੇ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਲੇ ਜਾਓ। ਪੁਨ ਜੈ ਇੱਛਾ ਤਹਾਂ ਬਿਹਾਰੋ। ਫਿਰ ਜਿੱਥੇ ਤੁਹਾਡੀ ਜਾਣ ਦੀ ਇੱਛਾ ਹੋਵੇ ਤੁਸੀਂ ਆਪਣੀ ਮਰਜ਼ੀ ਨਾਲ ਜਿੱਥੇ ਚਾਹੇ ਮਰਜ਼ੀ ਵਿਚਰ ਸਕਦੇ ਹੋ, ਕੋਈ ਤੁਹਾਡੇ ਤੇ ਰੋਕ ਟੋਕ ਨਹੀਂ ਹੋਵੇਗੀ। ਕਹੀ ਨ ਤਿਨ ਕੀ ਸਤਿਗੁਰ ਮਾਨੀ। ਜਦੋਂ ਇਸ ਤਰ੍ਹਾਂ ਇਹਨਾਂ ਵਕੀਲਾਂ ਨੇ ਬੇਨਤੀ ਆ ਕੇ ਦੁਬਾਰਾ ਕੀਤੀ, ਮਹਾਰਾਜ ਜੀ ਨੇ ਸੁਣ ਕੇ ਅਣਸੁਣੀ ਜੀ ਕਰ ਛੱਡੀ। ਇਹਨਾਂ ਦੀ ਕਈ ਬਾਤ ਸਤਿਗੁਰੂ ਜੀ ਨੇ ਨਹੀਂ ਮੰਨੀ। ਤੁਮ ਸਭ ਝੂਠ ਕਹਿ ਤੋ ਬਾਨੀ। ਮਹਾਰਾਜ ਜੀ ਕਹਿੰਦੇ ਤੁਸੀਂ ਜੋ ਕਹਿ ਰਹੇ ਹੋ ਵਕੀਲੋ, ਤੁਹਾਡੀ ਕਹੀ ਹੋਈ ਹਰ ਇੱਕ ਗੱਲ ਝੂਠੀ ਹੈ। ਤੁਸੀਂ ਜੋ ਬੋਲ ਰਹੇ ਹੋ ਇਹ ਝੂਠ ਹੈ। ਜੋ ਨਿਤ ਪੂਜਾ ਕਰੇ ਪਖਾਨ। ਦਰਅਸਲ ਤੁਹਾਡੀ ਮੱਤ ਦੇ ਉੱਤੇ ਜਿਹੜਾ ਪਰਦਾ ਪਿਆ ਨਾ, ਉਹ ਪੱਥਰ ਬਿਰਤੀ ਹੋਣ ਕਰਕੇ ਪਿਆ। ਤੁਸੀਂ ਪਖਾਣਾ ਨੂੰ ਪੂਜਦੇ ਹੋ। ਤਿਨ ਕੀ ਬੁੱਧ ਪਖਾਨ ਸਮਾਨ। ਜਿਹੜੇ ਪਖਾਨ ਪੂਜਦੇ ਨੇ ਉਹਨਾਂ ਦੀ ਬੁੱਧੀ ਵੀ ਪਖਾਨ ਸਮਾਨ ਹੀ ਹੋ ਗਈ ਹੈ। ਉਹਨਾਂ ਅੰਦਰ ਕੋਮਲਤਾ ਨਹੀਂ ਰਹੀ, ਉਹਨਾਂ ਦੇ ਹਿਰਦੇ ਉਹਨਾਂ ਦੇ ਦਿਲ ਦਿਮਾਗ ਵੀ ਪੱਥਰ ਹੋ ਗਏ ਨੇ। ਅਰ ਅਵਰੰਗ ਕੋ ਕਹਾਂ ਬਿਸਾਸੂ। ਫਿਰ ਤੁਸੀਂ ਜਿਹੜੇ ਰੰਗਜੇਬ ਦੀਆਂ ਦੁਹਾਈਆਂ ਦਿੰਦੇ ਹੋ ਜੀ, ਬਾਦਸ਼ਾਹ ਨੇ ਚਿੱਠੀ ਭੇਜੀ ਹੈ। ਬਾਦਸ਼ਾਹ ਨਾ ਹੋ ਗਿਆ, ਉਹ ਖੁਦਾ ਦਾ ਪੈਗੰਬਰ ਹੋ ਗਿਆ। ਜਿਹੜੇ ਬਾਦਸ਼ਾਹ ਬਾਰੇ ਤੁਸੀਂ ਕਹਿੰਦੇ ਹੋ ਵੀ ਬਾਦਸ਼ਾਹ, ਉਹਨੇ ਜੀ ਆਪ ਚਿੱਠੀ ਭੇਜੀ ਹੈ। ਰਾਜ ਹੇਤ ਕਰ ਪਿਤਾ ਬਿਨਾਸੂ। ਇਹ ਉਹੀ ਬਾਦਸ਼ਾਹ ਜਿਹਨੇ ਰਾਜ ਪ੍ਰਾਪਤ ਕਰਨ ਲਈ ਆਪਣੇ ਸੱਕੇ ਪਿਓ ਨੂੰ ਮਾਰ ਦਿੱਤਾ ਕੈਦ ਕਰਕੇ। ਉਹਦੇ ਤੇ ਯਕੀਨ ਕਰਨ ਨੂੰ ਕਹਿੰਦੇ ਹੋ, ਉਹਦੇ ਤੇ ਅਸੀਂ ਕਿਵੇਂ ਯਕੀਨ ਕਰ ਲਈਏ? ਵੱਡਾ ਭਰਾਤ ਜੋ ਦਾਰਾ ਸ਼ਕੋ। ਜਿਹੜਾ ਉਹਦਾ ਵੱਡਾ ਭਰਾ ਸੀ ਦਾਰਾ ਸ਼ਕੋ, ਸਤ ਸੰਗੀ ਤੈ ਸੋ ਕਰ ਧਰੋ। ਕਿੱਡਾ ਸਤ ਸੰਗੀ ਸੀ, ਉਹਦੇ ਨਾਲ ਵੀ ਇਹਨੇ ਧਰੋ ਕੀਤਾ। ਦਾਰਾ ਸ਼ਕੋ ਨਾਲ ਧਰੋ ਕਰਕੇ ਉਹਨੂੰ ਵੀ ਕੈਦ ਕਰਕੇ ਮਾਰਿਆ। ਮਾਰ ਦਿਓ ਨੇ ਬਿਲਮ ਲਗਾਈ। ਔਰ ਦੇਰੀ ਨਹੀਂ ਲਾਈ ਉਹਨੂੰ ਮਾਰਦਿਆਂ। ਐਡਾ ਵੱਡਾ ਫਕੀਰ ਆਦਮੀ ਸੀ ਉਹ ਦਾਰਾ ਸ਼ਕੋ। ਤਿਮਈ ਅਪਰ ਹਤੇ ਜੁਗ ਪਾਈ। ਫਿਰ ਬਾਕੀ ਦੇ ਦੋ ਭਰਾ ਜਿਹੜੇ ਸਨ ਉਹ ਵੀ ਇਹਨੇ ਮਾਰ ਦਿੱਤੇ, ਕਾਮ ਬਖਸ਼ ਤੇ ਮੁਰਾਦ ਬਖਸ਼। ਸੋ ਅਬ ਕਾ ਅਹਿਦ ਕੋ ਜਾਣੇ। ਉਹਨੂੰ ਹੁਣ ਉਹਦੇ ਅਹਿਦ ਨੂੰ ਅਸੀਂ ਕਿਵੇਂ ਮੰਨ ਲਈਏ? ਜਿਹੜਾ ਆਪਣੇ ਸੱਕੇ ਭਰਾਵਾਂ ਦਾ ਨਹੀਂ ਬਣਿਆ ਉਹ ਕਤਲ ਕਰ ਦਿੱਤੇ, ਸੱਕੇ ਪਿਓ ਦਾ ਨਹੀਂ ਬਣਿਆ ਉਹਨੂੰ ਕਤਲ ਕਰ ਦਿੱਤਾ। ਪਿਓ ਨੂੰ ਇੰਨਾ ਤੜਫਾਇਆ ਕੈਦ ਦੇ ਵਿੱਚ ਵੀ ਉਹ ਵਿਚਾਰਾ ਗਰਮੀ ਦੇ ਦਿਨਾਂ 'ਚ ਪਾਣੀ ਮੰਗਦਾ, ਪਾਣੀ ਤੱਕ ਨਸੀਬ ਨਹੀਂ ਹੁੰਦਾ ਉਹਨੂੰ। ਚਿੱਠੀ ਮੰਗਾਏ, ਸ਼ਾਹੀ ਮੰਗੀ ਵੀ ਘਟੋ ਘੱਟ ਸ਼ਾਹੀ ਦੇ ਦੇ ਮੈਨੂੰ, ਮੈਂ ਚਿੱਠੀ ਲਿਖ ਕੇ ਭੇਜਣੀ ਹੈ। ਸ਼ਾਹੀ ਦਾ ਪ੍ਰਬੰਧ ਕੀਤਾ। ਸ਼ਾਹਜਹਾਨ ਨੇ ਚਿੱਠੀ ਲਿਖੀ, ਕਹਿੰਦਾ ਔਰੰਗਜ਼ੇਬ ਬੇਟਾ, ਤੇਰੇ ਨਾਲੋਂ ਤਾਂ ਜਿਨ੍ਹਾਂ ਨੂੰ ਤੂੰ ਕਾਫਰ ਕਹਿਣਾ ਹਿੰਦੂ, ਇਹ ਕਈ ਗੁਣਾ ਚੰਗੇ ਨੇ। ਇਹਨਾਂ ਦੇ ਪਿਤਰਾਂ ਨੂੰ ਮਰਿਆਂ ਨੂੰ ਪਤਾ ਨਹੀਂ ਕਿੰਨੇ ਕਿੰਨੇ ਸਾਲ ਹੋ ਗਏ ਨੇ, ਮਰਿਆਂ ਨੂੰ ਵੀ ਪਾਣੀ ਦਿੰਦੇ ਆ। ਉਹ ਮੈਂ ਤਾਂ ਜਿਉਂਦਾ ਜਾਗਦਾ ਤੇਰਾ ਬਾਪ ਆ, ਤੂੰ ਮੈਨੂੰ ਕਿਉਂ ਨਹੀਂ ਪਾਣੀ ਪੀਣ ਵਾਸਤੇ ਇਜਾਜ਼ਤ ਕਰਦਾ? ਅੱਗੋਂ ਰੰਗੇ ਨੇ ਜਵਾਬ ਭੇਜਿਆ ਚਿੱਠੀ ਦਾ, ਕਹਿੰਦਾ ਜਿਹੜੀ ਸ਼ਾਹੀ ਤੂੰ ਲਿਖ ਕੇ ਖਰਾਬ ਕਰਕੇ ਮੈਨੂੰ ਚਿੱਠੀ ਲਿਖ ਕੇ ਭੇਜੀ ਐ, ਸ਼ਾਹੀ ਦਾ ਇਹੀ ਘੁੱਟ ਪੀ ਕੇ ਤੂੰ ਆਪਣੀ ਪਿਆਸ ਬੁਝਾ ਸਕਦਾ ਸੀ, ਮੇਰੇ ਕੋਲੋਂ ਹੋਰ ਪਾਣੀ ਦੀ ਆਸ ਨਾ ਕਰ। ਇਹੋ ਜਿਹੇ ਬਾਦਸ਼ਾਹ ਦੇ ਉੱਤੇ ਅਸੀਂ ਕਿਵੇਂ ਯਕੀਨ ਕਰ ਲਈਏ? ਮਹਾਰਾਜ ਜੀ ਕਹਿੰਦੇ ਉਹਦੇ ਲਿਖੇ ਜਿਹੜੇ ਅਹਿਦ ਨੇ ਇਹਨੂੰ ਅਸੀਂ ਕਿਵੇਂ ਮੰਨ ਲਈਏ? ਦੌਲਤ ਹੀ ਖੁਦਾਏ ਕਰ ਮਾਨੈ। ਜਿਹੜਾ ਦੌਲਤ ਨੂੰ ਹੀ ਖੁਦਾ ਮੰਨੀ ਬੈਠਾ ਹੈ, ਪੈਸੇ ਨੂੰ ਹੀ, ਜਾਇਦਾਦ ਨੂੰ ਤੇ ਰਾਜ ਨੂੰ ਹੀ ਖੁਦਾ ਕਰਕੇ ਮੰਨੀ ਬੈਠਾ ਹੈ, ਇਤਿਆਦਿਕ ਸਤਿਗੁਰੂ ਸੁਨਾਈ। ਉਹਨੂੰ ਅਸੀਂ ਕਿਵੇਂ ਮੰਨ ਲਈਏ? ਉਹਦੀ ਗੱਲ ਕਿਵੇਂ ਮੰਨ ਲਈਏ? ਬਚਨ ਕਲਗੀਧਰ ਸਵਾਮੀ ਜੀ ਨੇ ਕਹੇ, ਪੁਨ ਉੱਠ ਗਏ ਜਹਾਂ ਥਿਰ ਮਾਈ। ਇਹ ਵਕੀਲ ਸਤਿਗੁਰਾਂ ਕੋਲ ਉੱਠੇ ਤੇ ਚੱਲ ਕੇ ਆਏ ਜਿੱਥੇ ਸਤਿਕਾਰਯੋਗ ਮਾਤਾ ਜੀ ਸਨ। ਭੇਦ ਦੰਡ ਸੋ ਬਾਕ ਮਿਲਾਵੇ। ਇਹ ਭੇਦ ਤੇ ਦੰਡ ਦੇ ਬਾਤ ਬਣਾਉਂਦੇ। ਵੇਖੋ ਜੀ, ਗੁਰੂ ਜੀ ਨੇ ਤਾਂ ਨਹੀਂ ਮੰਨਦੇ, ਭੇਦ ਪਾਉਂਦੇ। ਦੂਜਾ ਦੰਡ,
ਭੇਦ ਤੇ ਦੰਡ, ਭੇਦ ਯਾਨੀ ਕਿ ਫਰਕ ਪਾਉਂਦੇ ਮਾਤਾ ਜੀ ਦੇ ਮਨ 'ਚ ਸਤਿਗੁਰਾਂ ਪ੍ਰਤੀ, ਸਿੰਘਾਂ ਦੇ ਮਨ ਵਿੱਚ। ਦੰਡ ਇਹ ਦਿੰਦੇ ਆ, ਡਰਾਵਾ ਪਾਉਂਦੇ ਆ ਗੱਲਾਂ ਗੱਲਾਂ ਨਾਲ, ਜੀ ਵੇਖੋ ਬਾਹਰ ਫੌਜ ਬਹੁਤ ਜ਼ਿਆਦਾ, ਕਿੰਨਿਆਂ ਕਰਨ ਲੜੋਗੇ, ਏਦਾਂ ਡਰਾਵਾ ਵੀ ਪਾਉਂਦੇ ਨੇ। ਬਹੁ ਬਿਦ ਤੇ ਮਾਤੈ ਸਮਝਾਵੇ, ਉਹ ਪ੍ਰਕਾਰ ਨਾਲ ਮਾਤਾ ਜੀ ਨੂੰ ਕਈ ਤਰ੍ਹਾਂ ਦਲੀਲਾਂ ਦੇ ਦੇ ਸਮਝਾਉਂਦੇ ਨੇ। ਸੁਨੋ ਮਾਤ ਬਾਤੈ ਵਿਖਿਆਤ, ਕਹਿਣ ਲੱਗੇ ਮਾਤਾ ਜੀ ਇਹ ਗੱਲਾਂ ਤਾਂ ਪ੍ਰਗਟ ਹਨ ਸਾਰੀਆਂ, ਨ੍ਰਿਪ ਉਮਰਾਵ ਸ਼ਪਤ ਸਭ ਖਾਤ, ਸਾਰੇ ਰਾਜੇ ਜਿੰਨੇ ਉਮਰਾਵ ਨੇ ਸ਼ਪਥ ਖਾ ਰਹੇ ਨੇ, ਸਹੁੰ ਖਾ ਰਹੇ ਨੇ। ਜਿਮ ਮਨ ਮਾਨੈ ਧਰਮ ਕਰਾਵੋ, ਤੁਹਾਡਾ ਮਨ ਜਿਵੇਂ ਮੰਨਦਾ ਤੁਸੀਂ ਉਦਾਂ ਦਾ ਨੇਮ ਕਰਾ ਲਓ ਉਹਨਾਂ ਕੋਲੋਂ, ਜਿੱਦਾਂ ਦਾ ਨੇਮ ਤੁਸੀਂ ਉਹਨਾਂ ਕੋਲੋਂ ਕਰਾਉਣਾ ਚਾਹੁੰਦੇ ਹੋ ਕਰਾ ਲਵੋ। ਤਿਨ ਪਰ ਨਿਜ ਵਿਸ਼ਵਾਸ ਟਿਕਾਵੋ, ਬਸ ਉਹਨਾਂ ਤੇ ਇੱਕ ਵਾਰ ਵਿਸ਼ਵਾਸ ਕਰਕੇ ਵੇਖੋ, ਤੁਹਾਡੇ ਵਿਸ਼ਵਾਸ ਤੇ ਖਰੇ ਉਤਰਨਗੇ। ਨਿਕਸੋ ਵੈਰ ਨ ਕਰੋ ਅੰਦੇਸ਼ਾ, ਤੁਸੀਂ ਇੱਕ ਵਾਰ ਨਿਕਲ ਜਾਓ ਆਨੰਦਪੁਰ ਸਾਹਿਬ ਤੋਂ, ਇਸ ਗੱਲ ਵਿੱਚ ਮਨ 'ਚ ਅੰਦੇਸ਼ਾ ਨਾ ਕਰੋ। ਲਿਓ ਬਚਾਏ ਪਰਿਵਾਰ ਅਸ਼ੇਸ਼ਾ, ਮਾਤਾ ਜੀ ਤੁਸੀਂ ਆਪਣਾ ਪਰਿਵਾਰ ਬਚਾ ਲਵੋ। ਥਿਰੋ ਕੌਣ ਕਾਰਜ ਸਰ ਜਾਏ, ਇੱਥੇ ਰਹਿ ਕੇ ਕਿਉਂ, ਤੁਹਾਡਾ ਕਿਹੜਾ ਕੋਈ ਕੰਮ ਸਵਰਨਾ ਹੈ? ਜੇ ਨਿਕਸੋ ਕਿਆ ਹੋਏ ਬਿਗਰਾਏ, ਜੇ ਚਲੇ ਜਾਓਗੇ ਤੇ ਤੁਹਾਡਾ ਕੀ ਵਿਗੜਨਾ ਹੈ? ਜੈ ਕੈ ਸੰਗਤ ਹੈ ਗੁਰ ਕੇਰੀ, ਗੁਰੂ ਜੀ ਦੀ ਸੰਗਤ ਸਾਰੀਆਂ ਥਾਵਾਂ ਤੇ ਹੈ, ਜਿੱਥੇ ਵੀ ਜਾਓਗੇ। ਜੈ ਬੈਠੋ ਤੈ ਆਏ ਕਨੇਰੀ, ਜਿੱਥੇ ਜਾ ਕੇ ਬਹਿ ਜਾਓਗੇ ਸੰਗਤ ਉੱਥੇ ਹੀ ਆ ਜਾਣੀਆਂ ਤੁਹਾਡੇ ਕੋਲ। ਨਗਰ ਤੁਮਾਰਾ ਰਹੇ ਸਦਾਏ, ਇਹ ਨਗਰ ਤੁਹਾਡਾ ਹੀ ਰਹਿਣਾ ਆਨੰਦਪੁਰ ਸਾਹਿਬ, ਇਹ ਤੁਸੀਂ ਇਹਦੇ ਕਾਬਜ ਰਹਿਣਾ ਹੈ। ਅਬ ਨਿਕਸੋ ਦਿਓ ਰਾਰ ਮਿਟਾਏ, ਬਸ ਇੱਕ ਵਾਰ ਹੁਣ ਤੁਸੀਂ ਚਲੇ ਜਾਓ ਤੇ ਝਗੜਾ ਮਿਟ ਜਾਵੇ। ਇਹ ਨਗਰ ਤੁਹਾਡਾ ਹੀ ਰਹਿਣਾ ਮਾਤਾ ਜੀ, ਇਹਦੇ ਮਾਲਕ ਵੀ ਤੁਸੀਂ ਰਹਿਣਾ ਹੈ। ਲੱਖੋਂ ਲੋਕ ਵੈਰ ਅਰਖਾਵੇ, ਤੇ ਲੱਖਾਂ ਲੋਕ ਬਾਹਰ ਵੀ ਖੁਸ਼ ਹੋਣਗੇ। ਸਿੱਖ ਸੰਗਤ ਤੁਮਰੀ ਸੁਖ ਔਰ ਪਾਵੇ, ਤੁਹਾਡੀਆਂ ਸਿੱਖ ਸੰਗਤਾਂ ਨੂੰ ਵੀ ਸਕੂਨ ਮਿਲੇਗਾ, ਜਿਹੜੇ ਉਸ ਵੇਲੇ ਕਈ ਮਹੀਨਿਆਂ ਤੋਂ ਪਿੰਡਾਂ ਵਿੱਚ ਬੈਠੇ ਕਿੰਨੇ ਚਿੰਤਤ ਹੋਣਗੇ ਸਿੱਖ ਤੁਹਾਡੇ। ਜਦੋਂ ਤੁਸੀਂ ਸੁਰੱਖਿਅਤ ਇੱਥੋਂ ਚਲੇ ਜਾਓਗੇ ਤੇ ਤੁਹਾਡੀਆਂ ਸਾਰੀਆਂ ਸਿੱਖ ਸੰਗਤਾਂ ਵੀ ਸੁਖੀ ਹੋਣਗੀਆਂ। ਨਾਹਕ ਇਨਕਾਰ ਰੱਖਿਓ ਬਖੇਰਾ, ਨਾਹਕ ਬਿਨਾਂ ਗੱਲ ਤੋਂ ਗੁਰੂ ਜੀ ਨੇ ਐਡਾ ਵੱਡਾ ਬਖੇੜਾ ਪਾਇਆ ਹੋਇਆ ਹੈ। ਮਾਤਾ ਤੁਮ ਮਿਟਾਏ ਇੱਕ ਬੇਰਾ, ਮਾਤਾ ਜੀ ਜੇ ਤੁਸੀਂ ਚਾਹੋ ਤੇ ਬਸ ਇੱਕ ਪਲ ਵਿੱਚ, ਇੱਕ ਘੜੀ 'ਚ ਤੁਸੀਂ ਇਹ ਬਖੇੜਾ ਮਿਟਾ ਸਕਦੇ ਹੋ। ਪ੍ਰਥਮੇ ਗੁਰ ਸੁਤ ਕੋ ਸਮਝਾਓ, ਤੁਸੀਂ ਮਾਤਾ ਜੀ ਪਹਿਲਾਂ ਗੁਰੂ ਜੀ ਕੋਲ ਜਾਓ, ਤੁਹਾਡੇ ਸਪੁੱਤਰ ਨੇ, ਤੁਹਾਡੀ ਗੱਲ ਮੰਨਦੇ ਨੇ, ਤੁਸੀਂ ਉਹਨਾਂ ਨੂੰ ਬਾਰ-ਬਾਰ ਕਹਿ ਕੇ ਸਮਝਾਓ। ਜਿਮ ਮਾਨੇ ਤਿਮਈ ਮਨਵਾਓ, ਜਿਵੇਂ ਮੰਨਦੇ ਨੇ ਉਦਾਂ ਹੀ ਮਨਾ ਲਵੋ। ਨਹੀਂ ਸੁਭਾਵ ਫਿਰੇ ਜੇ ਫੇਰੇ, ਕਿਉਂਕਿ ਜੇ ਉਹ ਨਹੀਂ ਸੁਭਾਵ ਉਹਨਾਂ ਦਾ ਫਿਰਦਾ ਫੇਰਿਆ, ਅਹੇ ਸੁਭਾਵ ਵਿਸਾਲ ਕਰੇ ਰੇ, ਕਿਉਂਕਿ ਗੁਰੂ ਜੀ ਦਾ ਸੁਭਾਅ ਬੜਾ ਕਰੜਾ ਹੈ, ਉਹ ਐਡੀ ਛੇਤੀ ਨਹੀਂ ਤੁਹਾਡੀ ਗੱਲ ਮੰਨਣ ਵਾਲੇ। ਤੋ ਆਪਣੀ ਤਿਆਰੀ ਤੁਮ ਕਰੋ, ਤੇ ਮਾਤਾ ਜੀ ਫਿਰ ਤੁਸੀਂ ਆਪਣੀ ਤਿਆਰੀ ਕਰ ਲਓ, ਤੁਸੀਂ ਤਾਂ ਬੱਚੇ ਲੈ ਕੇ ਜਾਓ ਨਾ। ਜੇ ਉਹਨਾਂ ਦਾ ਉਹ ਮੰਨ ਜਾਣ ਤਾਂ ਠੀਕ, ਜੇ ਉਹ ਨਾ ਮੰਨਣ ਤੇ ਮਾਤਾ ਜੀ ਤੁਸੀਂ ਆਪਣੇ ਪੋਤਰਿਆਂ ਨੂੰ ਨਾਲ ਲਵੋ, ਆਪਣੀਆਂ ਨੂੰਹ ਰਾਣੀਆਂ ਨੂੰ ਨਾਲ ਲਵੋ, ਪਰਿਵਾਰ ਨੂੰ ਲਓ ਤੇ ਤੁਸੀਂ ਇੱਥੋਂ ਸੁੱਖ ਨਾਲ ਚਲੇ ਜਾਓ। ਮੈਂ ਖੁਦ ਛੱਡ ਕੇ ਆਵਾਂਗਾ ਤੁਹਾਨੂੰ ਬਾਹਰ ਤਾਈਂ। ਪੰਥ ਦੇਸ਼ ਜੰਗਲ ਕੇ ਪਰੋ, ਉਧਰ ਜੰਗਲ ਦੇ ਇਲਾਕੇ 'ਚ ਚਲੇ ਜਾਓ ਮਾਲਵੇ 'ਚ। ਜੇ ਤੁਹਾਨੂੰ ਇੱਧਰ ਜਾਪਦਾ ਵੀ ਕੋਈ ਸਮੱਸਿਆ ਤਾਂ ਉਧਰ ਜੰਗਲ ਦੇ ਇਲਾਕੇ 'ਚ ਚਲੇ ਜਾਓ। ਪੀਛੇ ਆਪ ਨਿਕਸ ਕਰ ਐ, ਜਦੋਂ ਤੁਸੀਂ ਜਾਓਗੇ ਤੇ ਫਿਰ ਪਿੱਛੋਂ ਗੁਰੂ ਜੀ ਨੂੰ ਵੀ ਚੱਲ ਕੇ ਆਉਣਾ ਪਏਗਾ, ਫਿਰ ਉਹ ਵੀ ਚੱਲ ਕੇ ਆਉਣਗੇ ਤੁਹਾਡੇ ਪਿੱਛੇ। ਕਹਿ ਤੁਮਰੇ ਹੀ ਸੰਗ ਮਿਲੇ ਹੈ, ਹੋ ਸਕਦਾ ਤੁਹਾਡੇ ਨਾਲ ਹੀ ਮਿਲ ਕੇ ਚੱਲ ਪੈਣ। ਵਧਿਓ ਬਖੇਰਾ ਇਮੋਏ ਥੋਰਾ, ਆ ਜਿਹੜਾ ਬਖੇੜਾ ਵਧਿਆ ਹੋਇਆ ਬਾਹਰ, ਏਦਾਂ ਇਹ ਘਟ ਸਕਦਾ, ਖਤਮ ਹੋ ਸਕਦਾ। ਜੇ ਨੈ ਮਾਨੋ ਰਣ ਹੋਏ ਕੋਰਾ, ਮਾਤਾ ਨਾਲੇ ਥੋੜਾ ਡਰਾਵਾ ਵੀ ਦਿੰਦੇ, ਮਾਤਾ ਜੀ ਜੇ ਨਾ ਮੰਨੋਗੇ ਸਾਡੀ ਗੱਲ ਤੇ ਫਿਰ ਤੁਹਾਨੂੰ ਪਤਾ ਜੰਗ ਹੋਣਾ, ਫੌਜਾਂ ਹੋਰ ਵੀ ਆ ਸਕਦੀਆਂ ਨੇ ਦਿੱਲੀੋਂ, ਤੇ ਫਿਰ ਬੜਾ ਭਿਆਨਕ ਕਰੜਾ ਜੰਗ ਹੋਵੇਗਾ। ਹਿਮ ਸ਼੍ਰੀ ਗੁਜਰੀ ਕੋ ਸਮਝਾਇਓ, ਇਹ ਤਾਂ ਮਾਤਾ ਜੀ ਨਾਲੇ ਦੂਤ ਗੱਲਾਂ ਕਰਦੇ ਨੇ, ਬਾਕੀ ਜਿਹੜੇ ਹੋਰ ਸਿੱਖ ਜਾਣ ਦੇ ਇੱਛੁਕ ਸਨ ਉਹਨਾਂ ਨਾਲ ਵੀ ਇਹ ਗੱਲਾਂ ਕਰਕੇ ਨਾ ਏਦਾਂ ਪਾਟਕ ਪਾਉਂਦੇ ਐ।
ਏਦਾਂ ਫਰਕ ਪਾਉਂਦੇ ਹਨ। ਜਿਉਂ ਕਿਉਂ ਨਿਕਸਨ ਕੋ ਠਹਿਰਾਇਓ। ਜਿਵੇਂ ਕਿਵੇਂ ਕਰਕੇ ਇਹਨਾਂ ਨੇ ਕੁਝ ਕੁ ਸਿੱਖਾਂ ਨੂੰ ਰਜਾਮੰਦ ਕਰ ਲਿਆ ਕਿ ਤੁਸੀਂ ਆਨੰਦਪੁਰ ਸਾਹਿਬ ਤੋਂ ਚਲੇ ਜਾਓ। ਕੁਝ ਕੁ ਸਿੱਖਾਂ ਨੇ ਰਜਾਮੰਦੀ ਦੇ ਵਿੱਚ ਇਹਨਾਂ ਦੀ ਕਈ ਗੱਲ ਵਿੱਚ ਹਾਮੀ ਭਰ ਦਿੱਤੀ। ਕਹਿਓ ਮਾਤ ਤਬ ਅਬ ਤੁਮ ਜਾਵੋ। ਮਾਤਾ ਜੀ ਨੇ ਇਹਨਾਂ ਦੂਤਾਂ ਨੂੰ ਕਿਹਾ ਕਿ ਹੁਣ ਤੁਸੀਂ ਇੱਥੋਂ ਜਾਓ ਉੱਠ ਕੇ, ਧਰਮ ਈਮਾਨ ਦੋਹਨ ਤੇ ਲਿਆਵੋ। ਤੁਸੀਂ ਤੁਰਕਾਂ ਕੋਲੋਂ ਵੀ ਤੇ ਉਧਰ ਪਹਾੜੀਆਂ ਕੋਲੋਂ ਵੀ ਜਿਹੜਾ ਧਰਮ ਈਮਾਨ ਹੈ ਉਹ ਕਰਵਾ ਕੇ ਲਿਆਓ ਲਿਖਤੀ ਰੂਪ ਚ। ਮਾਤਾ ਜੀ ਕਹਿੰਦੇ ਕਿ ਉਹਨਾਂ ਕੋਲੋਂ ਧਰਮ ਤੇ ਈਮਾਨ ਜਿਹੜਾ ਉਹ ਲਿਖਵਾ ਕੇ ਲੈ ਕੇ ਆਓ। ਮੈਂ ਸੁਤ ਕੋ ਸਮਝਾਏ ਦਿਖਾਵੋ। ਤੇ ਤੁਹਾਡੇ ਵੱਲੋਂ ਲਿਖਿਆ ਹੋਇਆ ਈਮਾਨ ਜਦੋਂ ਆਵੇਗਾ ਮੈਂ ਆਪਣੇ ਲਾਲ ਜੀ ਨੂੰ ਵਿਖਾਵਾਂਗੀ, ਉਹ ਵੇਖਣਗੇ ਤੇ ਮੈਂ ਫਿਰ ਉਹਨਾਂ ਨੂੰ ਸਮਝਾਵਾਂਗੀ ਤੁਹਾਡੀ ਕਹੀ ਹੋਈ ਗੱਲ। ਦੇਖਤ ਹਿਰਦੇ ਪ੍ਰਤੀਤ ਉਪਾਵੋ। ਔਰ ਜਦੋਂ ਤੁਹਾਡੀ ਭੇਜੀ ਹੋਈ ਉਸ ਈਮਾਨ ਧਰਮ ਦੀ ਕਸਮ ਨੂੰ ਵੇਖਣਗੇ ਤੇ ਹੋ ਸਕਦਾ ਉਹਨਾਂ ਦੇ ਮਨ 'ਚ ਪ੍ਰਤੀਤ ਬਣ ਜਾਏ, ਮੈਂ ਯਤਨ ਕਰਾਂਗੀ ਕਿ ਉਹ ਤੁਹਾਡੀ ਕਹੀ ਹੋਈ ਇਸ ਕਸਮ ਦੇ ਉੱਤੇ ਯਕੀਨ ਕਰ ਲੈਣ। ਠਾਕੁਰ ਤੇਨ ਵਿਪਰ ਲੈ ਆਵੇ। ਹਾਂ, ਤੁਹਾਡੇ ਵੱਲੋਂ ਜਿਹੜੀ ਕਸਮ ਲੈ ਕੇ ਆਵੇ। ਕੋਈ ਜਿਹੜੇ ਪਹਾੜੀਏ ਨੇ ਉਹ ਗਊ, ਜਿਹੜੇ ਠਾਕੁਰ ਨੂੰ ਪੂਜਦੇ ਨੇ ਠਾਕੁਰ, ਤੇ ਬਾਹਮਣ ਜਿਹਨੂੰ ਉਹ ਆਪਣਾ ਸਤਿਕਾਰਯੋਗ ਮੰਨਦੇ ਐ ਉਹਨੂੰ ਭੇਜਣ ਕਸਮ ਖਾ ਕੇ, ਨਾਲ ਠਾਕੁਰ ਦੀ ਕਸਮ ਖਾ ਕੇ, ਤੇ ਧੇਨ ਤੇ ਗਊ ਵੀ ਨਾਲ ਭੇਜਣ। ਕਰੇ ਸ਼ਪਤ ਗਿਰਪਤੀ ਪਠਾਵੇ। ਉਹ ਪਹਾੜੀ ਇਸ ਤਰ੍ਹਾਂ ਸ਼ਪਥ ਖਾ ਕੇ ਕਸਮ ਖਾ ਕੇ ਸਾਰਾ ਕੁਝ ਭੇਜਣ ਕਿ ਸਾਨੂੰ ਗਊ ਦੀ ਕਸਮ ਹੈ, ਠਾਕੁਰ ਜੀ ਦੀ ਕਸਮ ਹੈ, ਸਾਨੂੰ ਸਾਡੇ ਇਸ ਪੰਡਤ ਦੀ ਬਾਹਮਣ ਦੀ ਕਸਮ ਹੈ। ਏਦਾਂ ਉਹ ਆਪਣੇ ਧਰਮ ਈਮਾਨ ਦੀਆਂ ਕਸਮਾਂ ਖਾ ਕੇ ਭੇਜਣ। ਹਜ਼ਰਤ ਦਿਸ਼ਤੇ ਸੈਯਦ ਆਵੇ। ਤੇ ਬਾਦਸ਼ਾਹ ਵੱਲੋਂ, ਕਿਉਂਕਿ ਮੁਸਲਮਾਨਾਂ 'ਚ ਸੈਯਦ ਉੱਤਮ ਹੁੰਦੇ ਨੇ, ਹਿੰਦੂਆਂ 'ਚ ਪੰਡਤ ਬ੍ਰਾਹਮਣ ਹੁੰਦੇ ਆ, ਸੈਯਦ ਆਵੇ ਬਾਦਸ਼ਾਹ ਵੱਲੋਂ, ਉਹ ਆ ਕੇ ਬਾਦਸ਼ਾਹ ਵੱਲੋਂ ਕਸਮ ਖਾਵੇ। ਆਨ ਸਮੇਤ ਕੁਰਾਨ ਉਠਾਵੇ। ਉਹ ਆਪਣੇ ਨਾਲ ਆਪਣਾ ਧਰਮ ਗ੍ਰੰਥ ਕੁਰਾਨ ਲੈ ਕੇ ਆਵੇ ਜਿਹੜਾ ਸੈਯਦ ਆਵੇ ਬਾਦਸ਼ਾਹ ਵੱਲੋਂ, ਔਰ ਉਸ ਕੁਰਾਨ ਨੂੰ ਆਪਣੇ ਹੱਥ 'ਚ ਪਕੜ ਕੇ ਕਸਮ ਖਾਵੇ। ਆਚੀ ਬਾਤ ਮਾਤ ਹਮ ਜਾਏ। ਇਹ ਕਹਿਣ ਲੱਗੇ ਜੀ ਠੀਕ ਹੈ ਜੀ, ਇਦਾਂ ਹੀ ਕਰ ਲੈਨੇ ਆ ਮਾਤਾ ਜੀ, ਤਾਂ ਬੜੀ ਚੰਗੀ ਗੱਲ ਹੈ, ਇਹ ਤਾਂ ਅਸੀਂ ਪਹਿਲਾਂ ਹੀ ਕਰੀ ਬੈਠੇ ਹਾਂ। ਜਿਮ ਤੁਮ ਉਚਰੋ ਤਿਮ ਲੈ ਆਏ। ਜਿਵੇਂ ਤੁਸੀਂ ਕਿਹਾ ਅਸੀਂ ਉਸੇ ਤਰ੍ਹਾਂ ਕਰਾਂਗੇ, ਉਸੇ ਤਰ੍ਹਾਂ ਸੈਯਦ ਲੈ ਕੇ ਆਵਾਂਗੇ, ਬ੍ਰਾਹਮਣ ਨੂੰ ਲੈ ਕੇ ਆਵਾਂਗੇ, ਉਹ ਆ ਕੇ ਤੁਹਾਡੇ ਕੋਲ ਉਹਨਾਂ ਵੱਲੋਂ ਕਸਮਾਂ ਖਾਣਗੇ। ਕਹਿ ਕਰ ਦੂਤ ਵਹਿਰ ਕੋ ਗਏ। ਇਦਾਂ ਕਹਿ ਕੇ ਜਿਹੜੇ ਦੂਤ ਸਨ ਇਹ ਬਾਹਰ ਗਏ ਹਨ। ਨ੍ਰਿਪਨ ਪ੍ਰਸੰਗ ਸੁਨਾਵਤ ਪਏ। ਜਾ ਕੇ ਪਹਾੜੀ ਰਾਜਿਆਂ ਨੂੰ ਸਾਰਾ ਪ੍ਰਸੰਗ ਦੱਸਿਆ ਵੀ ਆਹ ਗੱਲ ਹੋਈ ਆ ਮਾਤਾ ਜੀ ਦੇ ਨਾਲ, ਏਦਾਂ ਸਾਡੀ ਵਾਰਤਾਲਾਪ ਹੋਈ, ਉਹਨਾਂ ਨੇ ਅੱਗੋਂ ਆਹ ਜਵਾਬ ਦਿੱਤਾ। ਏਦਾਂ ਇੱਕ ਇੱਕ ਗੱਲ ਜਾ ਕੇ ਇਹਨਾਂ ਨੇ ਰਾਜਿਆਂ ਨੂੰ ਦੱਸੀ, ਸੂਬੇ ਲਾਹੌਰ ਨੂੰ, ਸੂਬੇ ਸਰਹੰਦ ਨੂੰ ਜਾ ਕੇ ਦੱਸੀ। ਤੇ ਜਿਸ ਪ੍ਰਕਾਰ ਨਾਲ ਸਿੰਘ ਅੱਗੇ ਆਨੰਦਪੁਰ ਸਾਹਿਬ ਛੱਡਣ ਦੀਆਂ ਤਿਆਰੀਆਂ ਕਰ ਰਹੇ ਨੇ, ਕੁਝ ਕਾਂ ਨੇ ਵਿਦਾਵਾ ਵੀ ਲਿਖ ਕੇ ਦਿੱਤਾ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦੇ ਘਰ ਦੀ ਪਾਵਨ ਪਵਿੱਤਰ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਪੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਤ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਿਆਰ ਹੇ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋਈ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।